ਪੁੱਛ ਸਕਦੇ ਹੋ ਸਾਡੇ ਤੋਂ। ਤੁਸੀਂ ਆਇਲਸ ਕਰਨੀ ਹੈ, ਪੀਜੀ ਕਰਨੀ ਹੈ ਜਾਂ ਫਿਰ ਕਿਸੇ ਵੀ ਕੰਟਰੀ ਦਾ ਸਟੱਡੀ ਵੀਜ਼ਾ ਅਪਲਾਈ ਕਰਨਾ ਹੈ, ਸਾਡੇ ਨਾਲ ਤੁਸੀਂ ਰਾਬਤਾ ਜ਼ਰੂਰ ਕਾਇਮ ਕਰੋ। ਤੁਹਾਨੂੰ ਤੁਹਾਡੇ ਭਵਿੱਖ ਨੂੰ ਲੈ ਕੇ ਸਹੀ ਜਿਹੜੀ ਗਾਈਡਲਾਈਨ ਹੈ ਅੱਜ ਅਸੀਂ ਜ਼ਰੂਰ ਦੇਵਾਂਗੇ। ਫਿਲਹਾਲ ਬਾਕੀ ਸਾਰੀ ਕੰਟਰੀਜ਼ ਦੀ ਚਰਚਾ ਕਰਨ ਤੋਂ ਪਹਿਲਾਂ ਆਪਾਂ ਕੈਨੇਡਾ ਦੀ ਗੱਲਬਾਤ ਕਰ ਲੈਂਦੇ ਹਾਂ ਔਰ ਉਹਨਾਂ ਵਿਦਿਆਰਥੀਆਂ ਦੀ ਗੱਲ ਕਰ ਲੈਂਦੇ ਹਾਂ ਜਿਹੜੇ ਕਿ ਹੁਣ ਪੈਨਿਕ 'ਚ ਹੋਣ ਜਾ ਰਹੇ ਨੇ। +2 ਵਾਲੇ ਬੱਚਿਆਂ ਦੀ ਗੱਲ ਕਰੂੰਗੀ ਕਿਉਂਕਿ ਪਿਛਲੇ 3-4 ਇਨਟੇਕਸ ਕੁਛ ਇਦਾਂ ਦੇ ਗਏ ਕਿ ਰਿਜ਼ਲਟ ਬੱਚਿਆਂ ਨੂੰ ਜ਼ਿਆਦਾਤਰ ਨੈਗੇਟਿਵ ਸੁਣਨ ਨੂੰ ਮਿਲਿਆ, ਚਾਹੇ ਪੋਜ਼ਿਟਿਵ ਰਿਜ਼ਲਟ ਆਏ ਲੇਕਿਨ ਮਾਹੌਲ ਜੋ ਸੀ ਉਹ ਨੈਗੇਟਿਵ ਨਜ਼ਰ ਆਇਆ। ਤਾਂ ਐਸੇ 'ਚ +2 ਵਾਲਾ ਬੱਚਾ ਹੋਰ ਪੈਨਿਕ 'ਚ ਹੋ ਗਿਆ ਕਿ ਹੁਣ ਮੈਨੂੰ ਇਨਟੇਕਸ ਮਿਲਣਗੇ ਜਾਂ ਨਹੀਂ, ਕਿ ਮੇਰੇ ਵੱਡੇ ਪੱਧਰ ਤੇ ਮੇਰਾ 2 ਜਾਂ 3 ਸਾਲ ਦਾ ਗੈਪ ਤਾਂ ਨਹੀਂ ਹੋ ਜਾਏਗਾ ਕਿਉਂਕਿ ਇੰਨੇ ਵੱਡੇ ਪੱਧਰ ਦੇ ਉੱਤੇ ਬੈਕਲੌਟ ਇਕੱਠਾ ਹੋਇਆ ਪਿਆ। ਤਾਂ ਸਟੂਡੈਂਟਸ ਨੂੰ ਕੀ ਕਹੋਗੇ ਤੁਸੀਂ, +2 ਵਾਲੇ ਬੱਚਿਆਂ ਨੂੰ ਕਿਹੜਾ ਇਨਟੇਕ ਮਿਲ ਸਕਦਾ ਤਾਂ ਕਿ ਘੱਟੋ ਘੱਟ ਇਸ ਪੈਨਿਕ ਸਿਚੁਏਸ਼ਨ ਚੋਂ ਬਾਹਰ ਨਿਕਲਦਾ ਉਹਨਾਂ ਨੂੰ ਥੋੜਾ ਹੌਸਲਾ ਮਿਲ ਸਕੇ? ਜੀ देखो, जो 12th वाला स्टूडेंट है ऑब्वियसली एग्जाम हो चुके ने बट रिजल्ट पेंडिंग है, तो ਤੁਹਾਨੂੰ ਇਸ ਚੀਜ਼ ਦਾ ਧਿਆਨ ਰੱਖਣਾ ਪਏਗਾ ਕਿ ਆਪਾਂ ਹੁਣ ਸਾਡੇ ਕੋਲ ਨੈਕਸਟ ਇਨਟੇਕ ਜੋ ਅਪਕਮਿੰਗ ਹੈਗਾ ਆ, ਸੈਪਟੈਂਬਰ ਇਨਟੇਕ ਹੈਗਾ, ਜਨਵਰੀ ਇਨਟੇਕ ਹੈਗਾ ਆ, ਹੈ ਨਾ। तो अगर स्टूडेंट ਨੂੰ कॉन्फिडेंस है कि मेरा जो रिजल्ट है आइल्स ਵਿੱਚ ਮੇਰੀ ਇੰਗਲਿਸ਼ ਅੱਛੀ ਹੈ, ਮੇਰਾ ਰਿਜ਼ਲਟ ਆ ਜਾਏਗਾ ਵਧੀਆ, ਤਾਂ ਨਾਲ ਦੇ ਨਾਲ ਹੀ ਤੁਸੀਂ ਆਪਣਾ ਆਇਲਸ ਦੀ ਤਿਆਰੀ ਕਰਨੀ ਸ਼ੁਰੂ ਕਰੋ। ਅਗਰ ਤੁਸੀਂ +2 ਦਾ ਰਿਜ਼ਲਟ ਉਡੀਕਦੇ ਰਹੋਗੇ ਐਂਡ ਆਇਲਸ ਦਾ ਰਿਜ਼ਲਟ ਉਡੀਕਦੇ ਰਹੋਗੇ ਤਾਂ ਜੋ ਹੁਣ ਕਾਲਜਸ ਵਧੀਆ ਮਿਲ ਰਹੇ ਨੇ ਤੁਹਾਨੂੰ ਸੈਪਟੈਂਬਰ ਇਨਟੇਕ ਲਈ ਐਂਡ ਜਨ ਇਨਟੇਕ ਲਈ, ਤਦ ਤੱਕ ਖਤਮ ਹੋ ਚੁੱਕੇ ਹੋਣਗੇ। ਵੈਸੇ ਹੀ ਸੈਪਟੈਂਬਰ ਆਲਮੋਸਟ ਖਤਮ ਹੈ, ਕੁਝ ਜਿਹੜੇ ਹੈਗੇ ਨੇ ਵਧੀਆ ਆਪਸ਼ਨਸ ਬਚੇ ਨੇ ਐਂਡ ਜਨਵਰੀ ਇਨਟੇਕ ਵੀ 40-50% ਖਤਮ ਹੈ। ਤੇ ਜੋ ਬਚੇ ਨੇ ਕੋਰਸਿਸ ਉਹਨਾਂ ਦਾ ਫਾਇਦਾ ਚੱਕਿਆ ਜਾਵੇ, ਉਹਨਾਂ ਵਿੱਚ ਨਾਲ ਹੀ ਪੈਰਲਲੀ ਅਪਲਾਈ ਕੀਤਾ ਜਾਵੇ। ਜਦ ਤੁਹਾਡਾ ਆਇਲਸ ਦਾ ਰਿਜ਼ਲਟ ਆ ਜਾਊਗਾ ਉਹਦੇ ਨਾਲ ਤੁਹਾਡੀ ਟਾਈਮ ਸਿਰ ਫਾਈਲ ਲੱਗ ਜੂਗੀ, ਠੀਕ ਹੈ। ਤਾਂ ਜ਼ਰੂਰੀ ਹੈ ਕਿ +2 ਵਾਲੇ ਸਟੂਡੈਂਟ ਇਸ ਚੀਜ਼ ਦਾ ਧਿਆਨ ਰੱਖਣ। ਅਗਰ ਪਤਾ ਹੈ ਕਿ ਆਇਲਸ ਵਿੱਚ ਬੈਂਡ ਆ ਜਾਣੇ ਨੇ, ਪ੍ਰੋਬਲਮ ਨਹੀਂ ਆਏਗੀ ਸਾਨੂੰ ਬੈਂਡਸ ਲੈਣ ਦੇ ਵਿੱਚ, ਤਾਂ ਤੁਸੀਂ ਜ਼ਰੂਰ ਇਸ ਮੌਕੇ ਦਾ ਫਾਇਦਾ ਉਠਾਓ ਤੇ ਆਇਲਸ ਦੇ ਨਾਲ ਤਿਆਰੀ ਕਰਦੇ ਨਾਲ ਪੈਰਲਲੀ ਆਪਣੀ ਸੀਟ ਜੋ ਹੈਗੀਆਂ ਨੇ ਰਿਜ਼ਰਵ ਕਰਵਾਓ। ਹਾਂਜੀ, ਠੀਕ ਹੈ ਮੈਡਮ। ਜਿਹੜੇ ਬੱਚਿਆਂ ਦੇ ਰਿਜ਼ਲਟ ਆਉਣਗੇ, ਨੰਬਰ ਘੱਟ ਆਉਣਗੇ, ਉਹਨਾਂ ਬੱਚਿਆਂ ਦੇ ਲਈ ਕੀ ਆਪਸ਼ਨਸ ਰਹਿਣਗੀਆਂ? ਦੇਖੋ, ਉਹਦੇ ਲਈ ਇਹੀ ਹੈ ਕਿ ਕੋਰ ਸਬਜੈਕਟ ਬਹੁਤ ਇੰਪੋਰਟੈਂਟ ਹੈ। ਪਰਸੈਂਟੇਜ ਨਹੀਂ ਆ ਰਹੀ ਤਾਂ ਤੁਸੀਂ ਉੱਥੇ ਜ਼ਿੱਦ ਨਾ ਕਰੋ ਕਿ ਟੋਰਾਂਟੋ ਹੀ ਜਾਣਾ ਹੈ, BC ਹੀ ਜਾਣਾ ਹੈ। ਮੇਨ ਮੈਟਰੋ ਸਿਟੀ ਦੇ ਅੰਦਰ ਤੁਸੀਂ ਕਰੋਗੇ ਤਾਂ ਤੁਹਾਡੇ ਵੀਜ਼ਾ ਸਕਸੈਸ ਰੇਟ ਘਟੇਗਾ। ਤਾਂ ਉਹਨਾਂ ਲਈ ਇੱਕ ਆਪਸ਼ਨ ਹੈ ਕਿ ਪਹਿਲਾਂ ਤਾਂ ਉਹ ਅਗਰ ਉਹਨਾਂ ਨੇ ਡਿਪਲੋਮਾ ਲੈਣਾ ਤਾਂ ਉਸ ਤੋਂ ਜ਼ਿਆਦਾ ਉਹ ਉੱਪਰਲਾ ਹਾਇਰ ਰੈਂਕ ਯੂਨੀਵਰਸਿਟੀ ਮਤਲਬ ਟਾਰਗੇਟ ਕਰਨ, ਠੀਕ ਹੈ। ਫਿਰ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰਦੇ ਹਾਂ ਕਿ ਡਿਪਲੋਮਾ ਕਹਿ ਰਹੇ ਸੀਗੇ, ਤਾਂ ਡਿਪਲੋਮਾ ਤੋਂ ਬਾਅਦ ਉਹ ਡਿਗਰੀ ਨੂੰ ਟਾਰਗੇਟ ਕਰਨ, ਫਿਰ ਉਸ ਤੋਂ ਬਾਅਦ ਉਹ ਰੀਜਨਲ ਏਰੀਆ ਟਾਰਗੇਟ ਕਰਨ। ਤਾਂ ਤਿੰਨੋਂ ਚੀਜ਼ਾਂ ਇੰਪੋਰਟੈਂਟ ਨੇ ਜੋ ਤੁਹਾਨੂੰ ਵੀਜ਼ਾ ਸਕਸੈਸ ਰੇਟ ਦੇ ਬਹੁਤ ਨੇੜੇ ਲੈ ਕੇ ਜਾਣਗੇ। ਤਾਂ ਉਹ ਰਿਕਮੈਂਡੇਸ਼ਨ ਹੋਣੀ ਬਹੁਤ ਜ਼ਰੂਰੀ ਹੈ, ਬੱਚਿਆਂ ਦੇ ਦਿਮਾਗ 'ਚ ਹੋਣਾ ਜ਼ਰੂਰੀ ਹੈ ਕਿ ਤੁਸੀਂ ਆਪਣੀ ਇੱਕ ਅੜੀ ਤੇ ਨਾ ਆਓ, ਤੁਸੀਂ ਕੰਸਲਟੈਂਟ ਨੂੰ ਵੀ ਸੁਣੋ। ਬਿਕੋਜ਼ ਅਸੀਂ ਰੋਜ਼ ਫਾਈਲਸ ਲਗਾ ਰਹੇ ਹਾਂ, ਸਾਨੂੰ ਰੋਜ਼ ਇਨਵਾਇਰਨਮੈਂਟ ਪਤਾ ਹੈ, ਬੱਚੇ ਸਾਨੂੰ ਰੋਜ਼ ਆ ਕੇ ਮਿਲਦੇ ਪਏ ਨੇ। ਜਿਹੜੇ ਬੱਚਿਆਂ ਨੂੰ ਇੱਕ ਰਾਈਟ ਕੰਸਲਟੈਂਟ ਨਹੀਂ ਮਿਲ ਰਿਹਾ, ਉਹਨਾਂ ਦੀ ਰਿਜੈਕਸ਼ਨ ਆ ਰਹੀ ਹੈ, ਤਾਂ ਉਹ ਸਭ ਤੋਂ ਵੱਡਾ ਲਾਸ ਹੈ ਆਪਣਾ। ਬਿਕੋਜ਼ ਆਪਾਂ ਵੀਜ਼ਾ ਆਫੀਸਰ ਨੂੰ ਇੱਕ ਵਾਰ ਝਟਕਾ ਆਪਾਂ ਲੈ ਚੁੱਕੇ ਹਾਂ। ਕੰਸਲਟੈਂਟ ਤੇ ਵੀ ਆਪਾਂ ਕਿਵੇਂ ਟਰਸਟ ਕਰੀਏ, ਕਿਉਂਕਿ ਕੰਸਲਟੈਂਟ ਵੀ ਉਧਰ ਵੱਲ ਨੂੰ ਬੱਚੇ ਨੂੰ ਧਕੇਲਦਾ ਜਿੱਧਰ ਉਹਨੂੰ ਜ਼ਿਆਦਾ ਕਮਿਸ਼ਨ ਹੁੰਦਾ। ਮੋਸਟਲੀ ਕੰਸਲਟੈਂਟ ਇਹ ਚੀਜ਼ ਕਰਦੇ ਆ। ਤਾਂ ਬੱਚੇ ਨੂੰ ਕਿਵੇਂ ਇਹ ਚੀਜ਼ਾਂ ਕਲੀਅਰ ਕਿਵੇਂ ਹੋਣ ਕਿ ਹਾਂ ਇੱਥੇ ਮੇਰਾ ਫਿਊਚਰ ਸਿਕਿਉਰ ਹੈ, ਇੱਥੇ ਕੰਸਲਟੈਂਟ ਨੂੰ ਆਪਣੇ ਕਮਿਸ਼ਨ ਨਾਲ ਘੱਟ ਮਤਲਬ, ਮੇਰੇ ਫਿਊਚਰ ਨਾਲ ਜ਼ਿਆਦਾ ਮਤਲਬ ਰਹੇਗਾ? ਦੇਖੋ, ਜਿਹੜੇ ਕੰਸਲਟੈਂਟਸ ਹੈਗੇ ਨੇ ਕੁਝ ਤੁਹਾਨੂੰ 2-4 ਯੂਨੀਵਰਸਿਟੀਆਂ ਜਾਂ ਕਾਲਜ ਵੱਲ ਹੀ ਭੇਜ ਰਹੇ ਨੇ, ਠੀਕ ਹੈ। ਉੱਥੇ ਆਬਵੀਅਸਲੀ ਉਹ ਆਪਣਾ ਮੋਟਾ ਕਮਿਸ਼ਨ, ਕਿਉਂਕਿ ਉਧਰੋਂ ਆਣਾ ਹੈ ਤਾਂ ਉਧਰਲੀ ਹੀ ਤੁਹਾਨੂੰ ਰਾਏ ਦੇ ਰਹੇ ਨੇ। ਸੋ ਬੈਟਰ ਹੈ ਕਿ ਜੋ ਵੀ ਆਪਾਂ ਨੂੰ ਆਪਸ਼ਨ ਮਿਲਦੀਆਂ ਨੇ ਤੁਸੀਂ ਖੁਦ ਖਗੋਲੋ, ਗੂਗਲ ਤੇ ਸਾਰਾ ਕੁਝ ਅਵੇਲੇਬਲ ਹੈ। ਤੁਹਾਡੇ ਕਾਲਜਸ ਤੁਸੀਂ ਸਿਲੈਕਟ ਜਿਹੜੇ ਕਰਨੇ ਨੇ, ਯੂਨੀਵਰਸਿਟੀਆਂ ਸਿਲੈਕਟ ਕਰਨੀਆਂ ਨੇ, ਉਹਨਾਂ ਦੀ ਰੈਂਕਿੰਗਸ ਗੂਗਲ ਤੇ ਵੀ ਅਵੇਲੇਬਲ ਹੈ। ਤਾਂ ਤੁਸੀਂ ਅੜੋ ਕਿ ਮੈਂ ਇਸ ਮੇਰਾ ਅਗਰ ਮੇਰੇ 70% ਨੇ, 80% ਨੇ, 90% ਨੇ, ਤਾਂ ਮੈਂ ਓਨਟਾਰੀਓ ਦੇ ਟਾਪ ਕਾਲਜਸ ਟਾਰਗੇਟ ਕਰਨੇ ਨੇ ਜਾਂ BC ਦੇ ਟਾਪ ਕਾਲਜਸ ਜਾਂ ਯੂਨੀਵਰਸਿਟੀਜ਼ ਟਾਰਗੇਟ ਕਰਨੀਆਂ ਨੇ। ਤਾਂ ਬੱਚਿਆਂ ਦਾ ਆਪੋਜ਼ਿਟ ਹੈ, ਪੇਰੈਂਟਸ ਦਾ ਆਪੋਜ਼ਿਟ ਹੈ। ਲੋਕੇਸ਼ਨ ਨੂੰ ਲੈ ਕੇ ਅੜਦੇ ਨੇ ਕਿ ਅਸੀਂ ਆ ਫਲਾਨੀ ਜਗ੍ਹਾ ਤੇ ਹੀ ਜਾਣਾ ਆ, ਠੀਕ ਹੈ। ਉਹਦੇ ਬਜਾਏ ਜੇ ਤੁਸੀਂ ਰੈਂਕਿੰਗ ਨੂੰ ਲੈ ਕੇ ਅੜੋਗੇ ਕਿ ਅਸੀਂ ਵਧੀਆ ਪਰਸੈਂਟੇਜ ਵਾਲਾ ਬੱਚਾ ਆ, ਕਿ ਮੈਂ ਹਾਈ ਰੈਂਕਿੰਗ ਨੂੰ ਹੀ ਟਾਰਗੇਟ ਕਰਨਾ ਹੈ, ਲਿਸਟ ਬਣਾਓਗੇ ਟਾਪ 5 ਆ ਵਾਲੇ ਕਾਲਜ ਨੇ, ਇੱਥੇ ਮੈਨੂੰ ਜੋ ਹੈ ਮੇਰਾ ਰੈਲੇਵੈਂਟ ਕੋਰਸ ਮਿਲ ਸਕਦਾ ਆ। ਜਦ ਤੁਸੀਂ ਅੜੀ ਕਰੋਗੇ ਤਾਂ ਆਬਵੀਅਸਲੀ ਕੰਸਲਟੈਂਟ ਵੀ ਤੁਹਾਨੂੰ ਸਹੀ ਗਾਈਡ ਕਰੂਗਾ। ਜੇ ਤੁਸੀਂ ਕਹੋਗੇ ਕਿ ਭਾਈ ਮੈਂ ਤਾਂ ਕੈਨੇਡਾ ਪਹੁੰਚਣਾ, ਜਿੱਥੇ ਮਰਜ਼ੀ ਭੇਜ ਦੇ, ਫਿਰ ਅਗਲਾ ਵੀ ਸੋਚੂਗਾ ਜਿੱਥੇ ਮੇਰਾ ਵੱਧ ਕਮਿਸ਼ਨ ਹੈ ਮੈਂ ਉੱਥੇ ਬੱਚੇ ਨੂੰ ਭੇਜਾਂ, ਮੈਂ ਆਪਣਾ ਫਾਇਦਾ ਸੋਚਾਂ। ਜਦ ਬੱਚਾ ਅਵੇਅਰ ਨਹੀਂ ਹੈਗਾ ਤਾਂ ਉੱਥੇ ਕੰਸਲਟੈਂਟ ਫਾਇਦਾ ਚੱਕਣ ਦੀ ਕੋਸ਼ਿਸ਼ ਕਰੂਗਾ। ਅਗਰ ਪੇਰੈਂਟਸ ਅਵੇਅਰ ਨੇ, ਬੱਚਾ ਅਵੇਅਰ ਹੈ, ਤਾਂ ਕੰਸਲਟੈਂਟ ਜੋ ਹੈ ਉਹ ਤੁਹਾਡਾ ਫਾਇਦਾ ਨਹੀਂ ਚੱਕ ਪਾਊਗਾ। ਠੀਕ ਹੈ, ਦਰਸ਼ਕ ਜੁੜਨਾ ਸ਼ੁਰੂ ਹੋ ਗਏ ਨੇ, ਸਵਾਲ ਲਈਏ ਸਾਡੇ ਦਰਸ਼ਕਾਂ ਦੇ। ਠੀਕ ਹੈ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਮੈਮ। ਕੀ ਨਾਮ ਹੈ, ਕੀ ਸਵਾਲ ਹੈ ਜੀ? ਜੀ ਮੇਰਾ ਨਾਮ ਗਗਨ ਹੈ, ਮੈਂ ਬਠਿੰਡੇ ਤੋਂ ਗੱਲ ਕਰ ਰਹੀ ਹਾਂ। ਗਗਨ ਬਠਿੰਡਾ, ਕੀ ਸਵਾਲ ਹੈ ਮੈਡਮ? ਮੈਮ ਮੈਂ 2020 ਦੇ ਵਿੱਚ MBA ਕੰਪਲੀਟ ਕੀਤੀ ਆ। ਓਕੇ। ਤੋਂ ਬਾਅਦ ਮੈਂ ਪ੍ਰੋਜੈਕਟ ਮੈਨੇਜਮੈਂਟ ਲਈ ਅਪਲਾਈ ਕੀਤਾ ਸੀ ਬਟ ਆਈ ਗॉट ਰਿਫਿਊਜ਼ਲ। ਤਾਂ ਹੁਣ ਇਸ ਤੋਂ ਬਾਅਦ ਮੈਂ ਯੈਸ ਕਰ ਸਕਦੀ ਹਾਂ। ਕਿਹੜੇ ਇਨਟੇਕ ਲਈ ਅਪਲਾਈ ਕੀਤਾ ਸੀ ਤੁਸੀਂ ਗਗਨ? ਮੈਮ ਪਿਛਲਾ ਜੈਨ।
ਜੈਨ ਇਨਟੇਕ, ਠੀਕ ਹੈ। ਕੀ ਸਕੋਰ ਸੀ ਤੁਹਾਡਾ? 60% MBA ਚ। ਮੈਡਮ ਆਇਲਸ ਦਾ ਸਕੋਰ ਕੀ ਸੀਗਾ? ਅੱਛਾ ਜੀ 7 ਬੈਂਡ 7 ਬੈਂਡ ਸੀਗੇ, ਓਕੇ। ਰਿਫਿਊਜ਼ਲ ਦਾ ਰੀਜ਼ਨ ਕੀ ਆਇਆ? ਸੇਮ ਮੈਮ ਐਜ਼ ਯੂਜੂਅਲ ਕਿ ਤੁਸੀਂ ਕੈਨੇਡਾ ਤੋਂ ਵਾਪਸ ਨਹੀਂ ਜਾਣਾ। ਓਕੇ, ਠੀਕ ਹੈ। ਔਰ 2020 ਤੋਂ ਬਾਅਦ ਕਰ ਕੀ ਰਹੇ ਹੋ ਤੁਸੀਂ ਇੰਡੀਆ ਦੇ ਵਿੱਚ? ਮੈਮ ਮੈਂ ਵਰਕਿੰਗ ਆ, ਮੈਂ ਕੰਮ ਕਰ ਰਹੀ ਹਾਂ। ਓਕੇ ਜੀ, ਠੀਕ ਹੈ। ਸੋ ਹੁਣ ਤੁਸੀਂ ਸੇਮ ਡੈਸਟੀਨੇਸ਼ਨ ਕੈਨੇਡਾ ਹੀ ਅਪਲਾਈ ਕਰਨਾ ਚਾਹੁੰਦੇ ਹੋ? ਹਾਂਜੀ ਹਾਂਜੀ ਬਿਲਕੁਲ। ਠੀਕ ਹੈ ਜੀ। ਸੋ ਸਾਡੇ ਸਟੱਡੀ ਵੀਜ਼ਾ ਐਕਸਪਰਟ ਤੁਹਾਨੂੰ ਜ਼ਰੂਰ ਆਨਸਰ ਕਰਨਗੇ। ਮੈਡਮ ਕੀ ਕਹੋਗੇ, ਗਗਨ ਦੀ ਪ੍ਰੋਫਾਈਲ 'ਚ ਕੀ ਗੜਬੜੀ ਲੱਗ ਰਹੀ ਹੈ? 7 ਬੈਂਡ ਨੇ ਔਰ ਫਿਰ ਵੀ ਰਿਫਿਊਜ਼ਲ ਆਈ ਹੈ। ਉਹੀ ਬੇਸਿਕ ਜਿਹਾ ਰੀਜ਼ਨ ਇਹਨਾਂ ਦਾ। ਗਗਨ ਨੇ MBA ਕੀਤੀ ਹੋਈ ਹੈ ਹੈਨਾ, ਗਗਨ MBA ਤੁਸੀਂ ਕੀਤੀ ਹੋਈ ਹੈ, ਬਟ ਇਹਨਾਂ ਨੇ ਮੈਂਸ਼ਨ ਕੀਤਾ ਕਿ ਪ੍ਰੋਜੈਕਟ ਮੈਨੇਜਮੈਂਟ ਦਾ ਆਈ ਥਿੰਕ ਕੋਰਸ ਲਿਆ ਸੀ ਇਹਨਾਂ ਨੇ। ਤਾਂ ਬੈਂਡਸ ਅੱਛੇ ਨੇ, ਓਵਰਆਲ 7 ਬੈਂਡਸ ਲੈ ਕੇ ਬੈਠੇ ਹੋ ਤੁਸੀਂ, ਤਾਂ ਵੀ ਰਿਜੈਕਸ਼ਨ ਖਾ ਲਈ। ਮਤਲਬ ਇਹਦੇ ਵਿੱਚ ਇਹੀ ਜੋ ਹੈ ਪ੍ਰੋਬਲਮ, ਇੱਕ ਤਾਂ ਸਟੂਡੈਂਟ ਦੀ ਤਰਫ ਤੋਂ ਰਹਿੰਦੀ ਹੈ ਕਿ ਸਸਤਾ ਪ੍ਰੋਗਰਾਮ ਮਿਲ ਜਾਵੇ, ਮਤਲਬ ਲਾਈਕ ਈਜ਼ੀ ਹੋਵੇ, ਅਸੀਂ ਜ਼ਿਆਦਾ ਨਹੀਂ ਪੜ੍ਹਨਾ ਹੈਗਾ, ਠੀਕ ਹੈ। ਜਦ ਆਪਾਂ ਮਿਹਨਤ ਤੋਂ ਡਰਾਂਗੇ ਤਾਂ ਆਬਵੀਅਸਲੀ ਫਿਰ ਰਿਜੈਕਸ਼ਨ ਖਾਵਾਂਗੇ। ਜੋ ਐਮਬੈਸੀ ਆਫੀਸਰ ਬੈਠਾ ਹੋਇਆ ਬੇਵਕੂਫ ਤਾਂ ਬੈਠਾ ਨਹੀਂ ਹੈਗਾ। ਪ੍ਰੋਜੈਕਟ ਮੈਨੇਜਮੈਂਟ ਜੋ ਹੈ ਉਹ ਵਨ ਆਫ ਦਾ ਸਬਜੈਕਟ ਜੋ ਹੈ MBA ਦਾ ਹੀ ਆ ਜਾਂਦਾ ਆ। ਤਾਂ ਜਿਹੜਾ ਕੋਰਸ ਇੱਕ ਸਬਜੈਕਟ MBA ਦਾ ਹੀ ਹੈ, ਤੁਸੀਂ ਉਹਦੇ ਵਿੱਚ ਹੀ ਦੁਬਾਰਾ ਅਪਲਾਈ ਕਰੋਗੇ ਤਾਂ ਜੋ ਵੀਜ਼ਾ ਕੰਸਲਟੈਂਟ ਹੈ ਉਹ ਵੀ ਤਾਂ ਦੇਖੇਗਾ ਤੁਸੀਂ 15-20 ਲੱਖ ਰੁਪਏ ਲਗਾ ਕੇ ਸਾਡੇ ਕੋਲ ਕੈਨੇਡਾ ਕਿਉਂ ਆ ਰਹੇ ਹੋ, ਜਿਹੜੀ ਤੁਸੀਂ ਚੀਜ਼ ਆਲਰੇਡੀ ਪੜ੍ਹ ਚੁੱਕੇ ਹੋ ਤੇ ਐਕਸਪੀਰੀਅੰਸ ਵੀ ਲੈ ਚੁੱਕੇ ਹੋ ਉਸ ਚੀਜ਼ ਦਾ, ਤੁਸੀਂ ਹੁਣ ਉਹੀ ਕੋਰਸ ਕਿਉਂ ਕਰਨ ਜਾ ਰਹੇ ਹੋ? ਤਾਂ ਕੋਰਸ ਸਿਲੈਕਸ਼ਨ ਵਿੱਚ ਇੱਥੇ ਬਹੁਤ ਵੱਡੀ ਗਲਤੀ ਹੋਈ ਹੈ ਤੁਹਾਡੇ ਤੋਂ। ਔਨ ਦੀ ਅਦਰ ਹੈਂਡ, ਅਗਰ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਜਾਂ ਗਲੋਬਲ ਬਿਜ਼ਨਸ ਮੈਨੇਜਮੈਂਟ ਇਦਾਂ ਦੇ ਕੋਰਸ ਆਪਣੇ ਆਪਟ ਕੀਤੇ ਹੁੰਦੇ ਤਾਂ ਤੁਹਾਡਾ ਵੀਜ਼ਾ ਆ ਜਾਣਾ ਸੀਗਾ। ਤੁਸੀਂ ਸਾਡੇ ਆਫਿਸ ਵਿਜ਼ਿਟ ਕਰੋ, ਆਪਾਂ ਤੁਹਾਨੂੰ ਦੱਸਾਂਗੇ ਕਿਹੜੇ ਸਟੈਪਸ ਲਏ ਜਾਣ ਤਾਂ ਕਿ ਤੁਹਾਡਾ ਜਿਹੜਾ ਹੈ ਰਿਜੈਕਸ਼ਨ ਤੋਂ ਬਾਅਦ ਵੀਜ਼ਾ ਆ ਜਾਵੇ। ਓਕੇ, ਸੋ ਗਗਨ ਜੀ ਬਠਿੰਡਾ ਤੋਂ ਤੁਸੀਂ ਬੋਲ ਰਹੇ ਹੋ, ਤੁਸੀਂ ਮੋਹਾਲੀ 3B2 ਦੇ ਵਿੱਚ ਆਫਿਸ ਹੈਗਾ। ਇੱਕ ਵਾਰੀ ਸਾਡੇ ਸ਼ੋਅ ਤੋਂ ਬਾਅਦ ਕਾਲ ਕਰਿਓ, ਆਫਿਸ 'ਚ ਜ਼ਰੂਰ ਵਿਜ਼ਿਟ ਕਰਿਓ। ਔਰ ਫੇਸਬੁੱਕ ਦੇ ਉੱਪਰ ਵੀ ਸਾਡੇ ਦਰਸ਼ਕ ਸਾਡੇ ਨਾਲ ਜੁੜ ਸਕਦੇ ਨੇ ਜਿਨ੍ਹਾਂ ਦੀ ਕਾਲ ਸਾਡੇ ਸ਼ੋਅ ਦੇ ਦੌਰਾਨ ਨਹੀਂ ਲੱਗ ਰਹੀ। ਅਸੀਂ ਉਹਨਾਂ ਦੇ ਸਵਾਲਾਂ ਤੇ ਵੀ ਉਨੀ ਹੀ ਗਹਿਰਾਈ ਦੇ ਨਾਲ ਜਾਂਚ ਕਰਾਂਗੇ ਜਿੰਨੇ ਸਵਾਲਾਂ ਤੇ ਅਸੀਂ ਸਾਡੇ ਦਰਸ਼ਕਾਂ ਦੇ ਲਾਈਵ ਕਾਲਸ ਲੈਣੇ ਹੁੰਦੇ ਆ ਜੀ। ਸਾਡੇ ਨੈਕਸਟ ਦਰਸ਼ਕ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਮੈਮ। ਕੀ ਨਾਮ ਹੈ, ਕੀ ਸਵਾਲ ਹੈ ਜੀ? ਮੈਮ ਮੇਰਾ ਨਾਮ ਏਕਤਾ ਹੈ ਕਿ ਮੈਂ ਕਰਨਾਲ ਤੋਂ ਗੱਲ ਕਰ ਰਹੀ ਹਾਂ। ਕਰਨਾਲ ਮੈਮ ਪ੍ਰੋਫਾਈਲ ਡਿਸਕਸ ਕਰਨੀ ਸੀ ਜੀ, ਪਲੀਜ਼। ਹਾਂਜੀ ਦੱਸੋ ਕੀ ਸਵਾਲ ਹੈ? ਮੈਮ ਮੈਂ BA ਕੀਤੀ ਹੋਈ ਹੈ 2019 ਵਿੱਚ। ਓਕੇ ਐਂਡ ਆਫਟਰ ਦੈਟ ਮੈਮ ਇੱਕ ਵਾਰੀ ਰਿਫਿਊਜ਼ਲ ਹੈ ਕੈਨੇਡਾ ਦਾ। ਠੀਕ ਹੈ। 6.5 ਨੋਟ ਲੈਸ ਦੈਨ 6 ਬੈਂਡ ਦਾ। ਮੈਂ ਕਨਫਰਮ ਕਰਨਾ ਸੀ ਕਿ ਮੈਂ ਦੁਬਾਰਾ ਰੀਲੋਂਚ ਕਰ ਸਕਦੀ ਹਾਂ ਫਾਈਲ? ਮੈਡਮ ਰੀਲਾਂਚ ਨਾ ਕਰਨ ਦਾ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ। BH ਸਬਜੈਕਟ ਕੀ ਸੀ ਔਰ ਰਿਫਿਊਜ਼ਲ ਦੇ ਰੀਜ਼ਨ ਕੀ ਸੀ? ਕੀ ਪੜਿਆ ਤੁਸੀਂ ਗ੍ਰੈਜੂਏਸ਼ਨ ਚ ਔਰ ਸਬਜੈਕਟ ਕੋਰਸ ਕਿਹੜਾ ਚੂਜ਼ ਕੀਤਾ ਸੀਗਾ? ਮੈਂ BA ਹਿਸਟਰੀ ਸੀ। ਰਿਫਿਊਜ਼ਲ ਦਾ ਰੀਜ਼ਨ ਹੈ ਕਿ ਤੁਸੀਂ ਕੈਨੇਡਾ ਲੀਵ ਨਹੀਂ ਕਰੋਗੇ, ਜੈਨੂਇਨ ਸਟੂਡੈਂਟ ਨਹੀਂ ਹੋ। ਬਟ ਅੱਗੇ ਕੋਰਸ ਕਿਹੜਾ ਲਿਆ ਸੀਗਾ ਤੁਸੀਂ? ਕੋਰਸ ਕਿਹੜਾ ਚੂਜ਼ ਕੀਤਾ ਸੀਗਾ ਜਿਹਦਾ ਕਰਕੇ ਮੈਮ ਤੁਹਾਨੂੰ? ਕੋਰਸ ਅੱਗੇ ਚੂਜ਼ ਕੀਤਾ ਸੀ ਟੂਰਿਜ਼ਮ ਦਾ ਕੋਰਸ। ਟੂਰਿਜ਼ਮ ਦਾ ਕੋਰਸ ਕੀਤਾ ਸੀਗਾ, ਠੀਕ ਹੈ ਜੀ। ਆਇਲਸ ਐਕਸਪਾਇਰ ਹੋਣ ਚ ਕਿੰਨਾ ਟਾਈਮ ਰਹਿ ਗਿਆ? ਮੈਮ ਆਇਲਸ ਐਕਸਪਾਇਰ ਆਲਮੋਸਟ ਹੋ ਚੁੱਕੀ ਹੈ, 2 ਕੁ ਮਹੀਨੇ ਬਚਿਆ। ਓਕੇ ਜੀ। 2019 ਤੋਂ ਬਾਅਦ ਕੁਝ ਕਰ ਰਹੇ ਹੋ ਤੁਸੀਂ? ਗੈਪ ਆ, ਗੈਪ ਵੀ ਹੈ, ਰਿਫਿਊਜ਼ਲ ਵੀ ਹੈ। ਥੈਂਕ ਯੂ ਸ਼ੋਅ ਸਾਡੇ ਨਾਲ ਜੁੜਨ ਲਈ। ਸਾਡੇ ਐਕਸਪਰਟ ਤੁਹਾਨੂੰ ਆਨਸਰ ਕਰਨਗੇ। ਮੈਡਮ ਆਇਲਸ ਐਕਸਪਾਇਰ ਹੋਣ ਵਾਲੀ ਹੈ ਕੁੜੀ ਦੀ, ਕੀ ਕਹੋਗੇ, ਕੀ ਬਣ ਸਕਦਾ ਇਹਦਾ? ਔਰ ਟੂਰਿਜ਼ਮ ਦਾ ਤਾਂ ਦੁਬਾਰਾ ਦੇਣੀ ਹੀ ਪੈਣੀ ਹੈ ਕਿਉਂਕਿ ਆਪਾਂ ਐਕਸਪਾਇਰ ਆਇਲਸ ਨਾਲ ਅਗਰ ਆਲਮੋਸਟ ਆਪਣੀ ਆਇਲਸ ਐਕਸਪਾਇਰ ਹੋਣ ਵਾਲੀ ਹੈ ਤੇ ਫਿਰ ਆਪਾਂ ਦੁਬਾਰਾ ਫਾਈਲ ਅਗਰ ਲਗਾ ਰਹੇ ਹਾਂ ਤਾਂ ਆਬਵੀਅਸਲੀ ਕਾਲਜਸ ਵੀ ਕਹਿਣ ਲੱਗ ਜਾਂਦੇ ਨੇ ਕਿ ਦੁਬਾਰਾ ਬੱਚੇ ਤੋਂ ਆਇਲਸ ਦਿਲਵਾਓ ਕਿਉਂਕਿ ਆਇਲਸ ਐਕਸਪਾਇਰ ਹੋਣ ਵਾਲੀ ਹੈ ਨਾ। तो बट BA तो बाद ਹੁਣ ਡਿਪੈਂਡ ਕਰਦਾ ਹੈ। ਟੂਰਿਜ਼ਮ ਦਾ ਕੋਰਸ ਲਿਆ ਇਹਨਾਂ ਨੇ, ਰੈਲੇਵੈਂਟ ਐਕਸਪੀਰੀਅੰਸ ਵੀ ਦਿਖਾਇਆ ਹੈ ਕਿਉਂਕਿ ਗ੍ਰੈਜੂਏਟ ਤੁਸੀਂ ਹੈਗੇ ਹੋ। ਟੂਰਿਜ਼ਮ ਵਿੱਚ ਆਪਾਂ ਆਪਣਾ ਇੰਟਰਸਟ ਦਿਖਾ ਰਹੇ ਹਾਂ, ਬਟ ਟੂਰਿਜ਼ਮ ਵਿੱਚ ਕੁਝ ਕੋਈ ਰੀਜ਼ਨ ਤਾਂ ਹੋਵੇ ਕਿ ਸਾਡਾ ਇੰਟਰਸਟ ਕਿਉਂ ਹੈ ਨਾ। ਤੇ ਉਹ ਐਮਬੈਸੀ ਆਫੀਸਰ ਨੇ ਇਹੀ ਦੇਖਣਾ ਹੈ ਕਿ ਪਹਿਲਾਂ ਆਪਾਂ ਕੀ ਕਰ ਰਹੇ ਹਾਂ। ਜੋ ਗ੍ਰੈਜੂਏਟਡ ਹੈ, ਜੋ ਪ੍ਰੋਫੈਸ਼ਨਲ, ਇੱਕ ਉਹਨਾਂ ਦਾ ਗੈਪ ਆ ਗਿਆ, ਅੱਗੇ ਆਪਾਂ ਕੋਰਸ ਲੈਣ ਜਾ ਰਹੇ ਹਾਂ ਔਰ ਰੈਲੇਵੈਂਸੀ ਬਣਨੀ ਬਹੁਤ ਜ਼ਰੂਰੀ ਹੈ। ਤਾਂ ਇੱਥੇ ਉਹੀ ਅਨਦਰ ਆ ਜਾਂਦਾ ਆ ਕਿ ਕੋਰਸ ਰੈਲੇਵੈਂਸੀ ਦੀ ਕੀ ਇੰਪੋਰਟੈਂਸ ਹੈ। ਇਹੀ ਇੰਪੋਰਟੈਂਸ ਹੈ। ਅਗਰ ਆਪਾਂ ਨਹੀਂ ਸਾਬਿਤ ਕਰ ਪਾਏ ਕਿ ਅਸੀਂ ਜਾਣਾ ਕਿਉਂ ਹੈ ਤੇ ਵਾਪਸ ਆਪਣੇ ਦੇਸ਼ ਕਿਉਂ ਪਰਤਾਂਗੇ, ਠੀਕ ਹੈ, ਤੇ ਡੈਫੀਨਿਟਲੀ ਜੋ ਰਿਜੈਕਸ਼ਨ ਹੈ ਉਹ ਤੁਹਾਡਾ ਆਊਗਾ। ਇਸ ਲਈ ਜ਼ਰੂਰੀ ਹੈ ਜੋ ਨੈਕਸਟ ਟਾਈਮ ਆਪਾਂ ਫਾਈਲ ਲੌਂਚ ਕਰੀਏ ਪਹਿਲਾਂ ਤਾਂ ਕੇਪਸ ਅਪਲਾਈ ਕਰੀਏ ਕਿਉਂਕਿ ਟੈਕਨੀਕਲ ਜੋ ਐਰਰ ਆਈ ਹੈ ਤੁਹਾਡੀ ਫਾਈਲ ਵਿੱਚ, ਰਿਜੈਕਸ਼ਨ ਆਈ ਹੈ, ਉਹਦਾ ਟੈਕਨੀਕਲ ਰੀਜ਼ਨ ਕੀ ਵੀਜ਼ਾ ਆਫੀਸਰ ਨੇ ਲਿਖ ਕੇ ਦਿੱਤਾ ਉਹ ਕੇਪਸ ਵਿੱਚ ਲਿਖ ਕੇ ਆਊਗਾ ਤੁਹਾਡਾ। ਤੇ ਕੇਪਸ ਅਪਲਾਈ ਕਰਕੇ ਜਿਹੜੀ ਆਪਾਂ ਪਹਿਲਾਂ ਗਲਤੀ ਕਰ ਚੁੱਕੇ ਹਾਂ ਦੁਬਾਰਾ ਰਿਪੀਟ ਨਾ ਕਰੀਏ ਐਂਡ ਕੋਰਸ ਰਿਲੇਵੈਂਸੀ ਵੱਲ ਧਿਆਨ ਦਈਏ ਤੇ ਦੁਬਾਰਾ ਫਾਈਲ ਤਾਂ ਹੀ ਲੌਂਚ ਹੋਊਗੀ। ਬਾਰ-ਬਾਰ ਰਿਜੈਕਸ਼ਨ ਖਾਣ ਦਾ ਕੋਈ ਫਾਇਦਾ ਨਹੀਂ ਹੈਗਾ। ਬਿਲਕੁਲ, ਬਹੁਤ ਸਾਰੇ ਬੱਚੇ ਐਸੇ ਹੋਣਗੇ ਜਿਨ੍ਹਾਂ ਦੀ ਇਦਾਂ ਹੀ ਰਲਦੀ ਮਿਲਦੀ ਜੀ ਪ੍ਰੋਫਾਈਲ ਹੋਏਗੀ। ਤਾਂ ਤੁਸੀਂ ਜੇਕਰ ਆਪਣਾ ਆਇਲਸ ਐਕਸਪਾਇਰ ਹੋਣ ਦੀ ਤਰੀਕ ਦੇ ਨੇੜੇ ਹੈਗੇ ਹੋ ਤਾਂ
ਥੋੜਾ ਜਿਹਾ ਸ਼ਰਮਾ ਰੱਖੋ। ਸਾਡੇ ਨੈਕਸਟ ਕਾਲਰ ਦੇ ਸਵਾਲ ਵੀ ਲਵਾਂਗੇ ਔਰ ਤੁਸੀਂ ਸਾਡੇ ਨਾਲ ਜੁੜ ਸਕਦੇ ਹੈਗੇ ਹੋ। ਮੈਡਮ +2 ਵਾਲੇ ਬੱਚਿਆਂ ਨੂੰ ਤੁਸੀਂ ਇਹ ਤਾਂ ਰਿਕਮੈਂਡ ਕਰਤਾ ਵੀ ਰੀਜਨਲ ਏਰੀਆ ਵੱਲ ਥੋੜਾ ਜਿਹਾ ਬੱਚੇ ਫੋਕਸ ਕਰ ਲੈਣ ਤਾਂ ਬਹੁਤ ਅੱਛੀ ਗੱਲ ਹੈ, ਪਰ ਡਿਗਰੀ ਲਈ ਜਾਣ ਕੇ ਡਿਪਲੋਮੇ ਲਈ ਜਾਣ, ਇਹ ਵੀ ਥੋੜਾ ਜਿਹਾ ਅਸੀਂ ਦੱਸ ਦਈਏ। ਔਰ ਜਿਹੜੇ ਬੱਚਿਆਂ ਦੇ ਘੱਟ ਪਰਸੈਂਟੇਜ ਨੇ ਉਹਨਾਂ ਨੂੰ ਕਿੱਧਰ ਵੱਲ ਨੂੰ ਰੁਝਾਨ ਕਰਨਾ ਚਾਹੀਦਾ? ਦੇਖੋ ਅਗੇਨ ਅਗਰ ਆਪਾਂ ਵੀਜ਼ਾ ਸਕਸੈਸ ਰੇਟ ਦੀ ਗੱਲ ਕਰੀਏ ਤਾਂ ਉਹਦੇ ਅੰਦਰ ਜਿੰਨਾ ਤੁਸੀਂ ਅੱਛੀ ਚੀਜ਼ ਵੱਲ ਜਾਓਗੇ, ਸਪੋਜ਼ ਅਗਰ ਆਪਾਂ ਪੰਜਾਬੀ 'ਚ ਗੱਲ ਕਰੀਏ, ਅਗਰ ਆਪਾਂ ਨੂੰ ਕੋਈ ਪ੍ਰੋਬਲਮ ਹੈ, ਬਿਮਾਰੀ ਹੈ, ਤਾਂ ਆਪਾਂ ਇੱਕ ਚੰਗਾ ਡਾਕਟਰ ਦੇਖਾਂਗੇ। ਆਪਾਂ ਨਹੀਂ ਦੇਖਾਂਗੇ ਕਿ ਮੈਂ ਕੋਈ ਸਸਤੇ ਡਾਕਟਰ ਕੋਲ ਚਲ ਜਾਵਾਂ ਕਿਉਂਕਿ ਆਪਾਂ ਨੂੰ ਪ੍ਰੋਬਲਮ ਹੋ ਰਹੀ ਹੈ। ਅਗੇਨ ਅਗਰ ਆਪਾਂ ਉਰੇ ਪੜਨ ਲਈ ਜਾ ਰਹੇ ਹਾਂ ਤਾਂ ਮੈਂ ਇੱਕ ਸਸਤਾ ਸਕੂਲ ਨਹੀਂ ਦੇਖਾਂਗੀ, ਮੈਂ ਇੱਕ ਚੰਗਾ ਸਕੂਲ ਦੇਖਾਂਗੀ। ਤਾਂ ਰੈਂਕਿੰਗ ਬਹੁਤ ਇੰਪੋਰਟੈਂਟ ਹੈ, ਚਾਹੇ ਰੀਜਨਲ 'ਚ ਜਾਓ ਚਾਹੇ ਤੁਸੀਂ ਮੈਟਰੋ ਸਿਟੀ 'ਚ ਜਾਓ। ਅਗਰ ਪਰਸੈਂਟੇਜ ਘੱਟ ਹੈ ਤਾਂ ਰੀਜਨਲ 'ਚ ਜਾ ਕੇ ਆਪਣੀ ਰੈਂਕਿੰਗ, ਆਪਣੀ ਯੂਨੀਵਰਸਿਟੀ, ਆਪਣਾ ਕੋਰਸ ਸਿਲੈਕਸ਼ਨ, ਸਾਰੀ ਚੀਜ਼ਾਂ ਤੇ ਅੱਛੇ ਤਰੀਕੇ ਨਾਲ ਵਰਕ ਕਰੋਗੇ ਤਾਂ ਰਿਜੈਕਸ਼ਨ ਆਉਣ ਦੇ ਘੱਟ ਚਾਂਸਸ ਨੇ। ਠੀਕ ਹੈ, ਅਗਰ ਤੁਸੀਂ ਆਪਣੀ ਪ੍ਰੋਫਾਈਲ ਨੂੰ ਅੱਛੇ ਤਰੀਕੇ ਨਾਲ ਐਕਸਪਲੇਨ ਕਰ ਪਾ ਰਹੇ ਹੋ ਉਹਨਾਂ ਨੂੰ ਕਿ ਤੁਸੀਂ ਜੈਨੂਇਨ ਸਟੂਡੈਂਟ ਹੋ, ਠੀਕ ਹੈ, ਇੱਥੇ ਘੱਟ ਹੋ ਗਈ ਪਰਸੈਂਟੇਜ ਬਟ ਫਿਰ ਵੀ ਮੈਂ ਜੈਨੂਇਨਿਟੀ ਦਿਖਾ ਰਹੀ ਹਾਂ ਕਿ ਮੈਂ ਡਿਗਰੀ ਲੈਣ ਚੱਲੀ ਹਾਂ, ਮੈਂ ਪੜ੍ਹਨਾ ਹੈ, ਠੀਕ ਹੈ, ਉਸ ਚੀਜ਼ ਨਾਲ ਤੁਹਾਨੂੰ ਸਕਸੈਸ ਰੇਟ ਵੱਲ ਜ਼ਿਆਦਾ ਆਪਸ਼ਨਸ ਮਿਲਣਗੀਆਂ। ਸਾਡੇ ਕੋਲ ਇਹ ਚੀਜ਼ਾਂ ਬੱਚਿਆਂ ਲਈ ਹੋ ਗਈਆਂ ਵੀ ਹਾਂਜੀ ਤੁਸੀਂ ਇਹ ਚੀਜ਼ਾਂ ਨਹੀਂ ਕਰੋਗੇ ਤਾਂ ਰਿਫਿਊਜ਼ਲ ਨਹੀਂ ਆਏਗੀ, ਬਟ ਔਨ ਦਾ ਅਦਰ ਹੈਂਡ ਆਪਾਂ ਉਹਨਾਂ ਬੱਚਿਆਂ ਦੀ ਗੱਲ ਕਰ ਲੈਂਦੇ ਆ ਜਿਨ੍ਹਾਂ ਦੀ ਰਿਫਿਊਜ਼ਲ ਆ ਗਈ ਹੈ, ਸੋ ਉਹ ਦੁਬਾਰਾ ਰੀਅਪਲਾਈ ਕਰ ਸਕਦੇ ਨੇ, ਰੀਲਾਂਚ ਕਰ ਲੈਣਗੇ ਫਾਈਲ, ਬੈਨੀਫਿਟ ਮਿਲੇਗਾ ਉਸ ਚੀਜ਼ ਦਾ ਕੋਈ ਉਹਨਾਂ ਨੂੰ ਆਉਣ ਵਾਲੇ ਅਪਕਮਿੰਗ ਇਨਟੇਕਸ ਦੇ ਦੌਰਾਨ? ਡੈਫੀਨਿਟਲੀ ਮੈਮ ਉਹਨਾਂ ਨੂੰ ਮਿਲੇਗਾ, ਬਿਕੋਜ਼ ਦੇਖੋ ਉਹਦੇ ਅੰਦਰ ਅਗੇਨ ਉਹੀ ਹੈ ਕਿ ਤੁਸੀਂ ਇੱਕ ਅੱਛੇ ਕੰਸਲਟੈਂਟ ਕੋਲ ਜਾਓ, ਆਪਣੀ ਪ੍ਰੋਫਾਈਲ ਅਸੈਸ ਕਰਾਓ, ਕੇਪਸ ਅਪਲਾਈ ਕਰੋ, ਨਾਲ ਦੀ ਨਾਲ ਤੁਸੀਂ ਆਪਣੇ ਕਾਲਜ ਦੇ ਅੰਦਰ ਦੇਖੋ ਕੰਸਲਟੈਂਟ ਤੁਹਾਨੂੰ ਪਹਿਲਾਂ ਹੀ ਗਾਈਡ ਕਰ ਦੇਗਾ ਕਿ ਅਗਰ ਰਿਜੈਕਸ਼ਨ ਆਈ ਹੈ, ਅਗਰ ਕਾਲਜ ਚੇਂਜ ਕਰਨਾ ਪਿਆ, ਕੋਰਸ ਚੇਂਜ ਕਰਨਾ ਪਿਆ ਤਾਂ ਰਿਫੰਡ ਦੀ ਪਾਓ ਐਪਲੀਕੇਸ਼ਨ। ਨਾਲ ਦੀ ਨਾਲ ਤੁਸੀਂ ਅੱਛੇ ਰੈਂਕਡ ਕਾਲਜ ਦੇ ਅੰਦਰ ਆਪਣੀ ਐਪਲੀਕੇਸ਼ਨ ਪਾਓ ਟਾਈਮ ਸਿਰ, ਬਿਕੋਜ਼ ਸਹੀ ਗੱਲ ਹੈ ਤੁਹਾਡੀ। ਜੋ ਪ੍ਰੋਬਲਮ ਆਂਦੀ ਹੈ ਉਹ ਇਹ ਆਂਦੀ ਹੈ ਕਿ ਬੱਚੇ ਕਹਿੰਦੇ ਨੇ ਕਿ ਅਸੀਂ ਹੁਣ ਜ਼ਿਆਦਾ ਹਸਲ ਬਸਲ ਨਹੀਂ ਕਰਨੀ ਹੈ ਕਿ ਕੌਣ ਰਿਫੰਡ ਦੇ ਚੱਕਰਾਂ 'ਚ ਪਵੇ। ਜਿਹੜਾ ਕੋਰਸ ਪਹਿਲਾਂ ਅਪਲਾਈਡ ਹੈ, ਜਿਹੜੇ ਕਾਲਜ ਪਹਿਲਾਂ ਪੈਸੇ ਦਿੱਤੇ ਹੋਏ ਨੇ ਉੱਥੇ ਲਾ ਦਿਓ ਫਾਈਲ। ਪਰ ਆਪਾਂ ਇਹ ਨਹੀਂ ਸਮਝ ਰਹੇ ਹੈਗੇ ਕਿ ਅਗਰ ਲੋੜ ਹੈਗੀ ਹੈ ਕੋਰਸ ਚੇਂਜ ਕਰਨ ਦੀ ਤਾਂ ਸਾਨੂੰ ਕੋਰਸ ਚੇਂਜ ਕਰਨਾ ਪਊਗਾ, ਕਾਲਜ ਚੇਂਜ ਕਰਨਾ ਪਊਗਾ। ਆਪਾਂ ਥੋੜਾ ਜਿਹਾ ਪੇਨ ਬਚਾਉਣ ਲਈ ਗਲਤ ਡਿਸੀਜਨ ਫੇਰ ਲੈ ਰਹੇ ਹਾਂ, 2 ਵਾਰ ਰਿਜੈਕਸ਼ਨ ਖਾ ਬੈਠੇ ਹਾਂ, ਤੀਜੀ ਵਾਰੀ ਫੇਰ ਆਪਾਂ ਖਾਣ ਨੂੰ ਤਿਆਰ ਹਾਂ ਇਸ ਚੱਕਰ ਵਿੱਚ ਕਿ ਭਾਈ ਕੌਣ ਰਿਫੰਡ ਲਈ ਅਪਲਾਈ ਕਰਦਾ, ਫਿਰ ਕਦੋਂ ਰਿਫੰਡ ਆਊਗਾ, ਕਦੋਂ ਨੈਕਸਟ ਅਪਲਾਈ ਹੋਊਗਾ। ਬਟ ਜਦ ਤੱਕ ਪੁਰਾਣੀ ਪ੍ਰੋਬਲਮ ਨਹੀਂ ਸਮਝੋਗੇ ਤਦ ਤੱਕ ਨੈਕਸਟ ਫਾਈਲ ਲਗਾਉਣ ਦਾ ਵੀ ਫਾਇਦਾ ਨਹੀਂ ਹੈਗਾ। ਬਾਰ-ਬਾਰ ਰਿਜੈਕਸ਼ਨ ਖਾ ਕੇ ਪ੍ਰੋਫਾਈਲ ਹੋਰ ਵੀਕ ਹੋ ਰਿਹਾ ਤਾਂ ਉਹਦਾ ਕੀ ਫਾਇਦਾ ਆਪਾਂ ਨੂੰ, ਹੈ ਨਾ? ਔਰ ਇਸ ਚ ਇੱਕ ਹੋਰ ਚੀਜ਼ ਮੈਮ ਕਿ ਆਪਣੇ ਕੋਰਸ ਨਾਲ ਕੰਪਰੋਮਾਈਜ਼ ਕਰ ਰਹੇ ਹਾਂ, ਧੱਕਾ ਕਰ ਰਹੇ ਹਾਂ ਕੰਸਲਟੈਂਟ ਨੂੰ ਵੀ, ਬਸ ਮੈਨੂੰ ਇਨਟੇਕ ਨਹੀਂ ਮੇਰਾ ਮਿਸ ਹੋਣਾ ਚਾਹੀਦਾ, ਉਹਦੇ ਅੰਦਰ ਮੈਨੂੰ ਪਾ ਦਿਓ ਬਸ ਮੇਰੀ ਫਾਈਲ, ਫਿਰ ਰਿਜੈਕਸ਼ਨ ਲਵਾਓਗੇ ਤਾਂ ਉਨਾ ਹੀ ਤੁਸੀਂ ਆਪਣਾ ਵੀਜ਼ਾ ਆਫਿਸਰ ਨੂੰ ਬਾਰ-ਬਾਰ ਆਪਣੀ ਫਾਈਲ ਨੂੰ ਦੇਖਣ ਦਾ ਮੌਕਾ ਦੇ ਰਹੇ ਹੋ ਕਿ ਪਹਿਲਾਂ ਨਹੀਂ ਮੈਂ ਰਿਜੈਕਸ਼ਨ ਆ ਗਈ, ਹੁਣ ਫੇਰ ਆ ਗਈ ਜੀ, ਫੇਰ ਆ ਗਈ। ਫਿਰ ਉੱਥੇ ਜੇ ਤੁਸੀਂ ਕੋਰਸ ਚੇਂਜ ਕਰਦੇ ਹੋ ਨਾ ਪ੍ਰੋਬਲਮ ਆਉਂਦੀ ਹੈ। ਥੋੜਾ ਜਿਹਾ ਆਪਾਂ ਨੂੰ ਥੋੜਾ ਜਿਹਾ ਗੁਰੇਜ਼ ਕਰਨਾ ਪਊਗਾ ਵੀ ਆਪਾਂ ਅੜੀਆਂ ਘੱਟ ਕਰੀਏ। ਜੇ ਕੰਸਲਟੈਂਟ ਸਿਆਣਾ ਹੈਗਾ ਤਾਂ ਉਹਦੀ ਗੱਲ ਸੁਣ ਲਈਏ। ਠੀਕ ਹੈ, ਬਰੀਫ ਚ ਚਰਚਾ ਕਰਾਂਗੇ ਇਸ ਵਿਸ਼ਾ ਦੇ ਉੱਪਰ। ਇਸ ਤੋਂ ਪਹਿਲਾਂ ਸਾਡੇ ਦਰਸ਼ਕ ਦਾ ਸਵਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ, ਕੀ ਸਵਾਲ ਹੈ, ਕੀ ਜਾਣਕਾਰੀ ਚਾਹੁੰਦੇ ਹੋ ਜੀ? ਮੈਮ ਅਮਨ ਗੱਲ ਕਰ ਰਹੀ ਹਾਂ। ਅਮਨ ਕਿੱਥੋਂ ਬੋਲ ਰਹੇ ਹੋ? ਅਮਨ ਮੈਮ ਰੋਪੜ ਤੋਂ ਗੱਲ ਕਰ ਰਹੀ ਸੀ ਜੀ। ਰੋਪੜ ਤੋਂ, ਕੀ ਸਵਾਲ ਹੈ ਜੀ? ਮੈਮ ਮੈਂ ਬੀਐਡ ਕੀਤੀ ਆ 55% ਨਾਲ। ਓਕੇ, ਕਦੋਂ ਕੀਤੀ ਹੈ ਬੀਐਡ? ਮੈਮ 2022। ਓਕੇ ਜੀ, ਸੌਰੀ 2020। ਓਕੇ, 2 ਸਾਲ ਤੋਂ ਕੀ ਕਰ ਰਹੇ ਹੋ ਬੀਐਡ ਤੋਂ ਬਾਅਦ? ਮੈਮ ਮੈਂ ਹਾਲੇ ਫ੍ਰੀ ਸੀਗੀ। ਓਕੇ, ਇਹ ਗ੍ਰੈਜੂਏਸ਼ਨ ਕਰਕੇ ਫ੍ਰੀ ਕਿਉਂ ਰਹਿੰਦੇ ਹੋ? ਮੈਨੂੰ ਤਾਂ ਤੁਹਾਡੀ ਸਮਝ ਨਹੀਂ ਆਉਂਦੀ ਹੈਗੀ। +2 ਵਾਲਿਆਂ ਨੂੰ ਤਾਂ ਰੌਲਾ ਪਾ ਕੇ ਦੱਸੀਦਾ ਵੀ ਚਲੋ ਕੋਈ ਗੱਲ ਨਹੀਂ ਹੈ ਨਾ, ਵੀ ਸਾਲ 2 ਸਾਲ ਦਾ ਗੈਪ ਚਲੋ ਜਿਵੇਂ ਵੀ ਹੈ, ਬਟ ਗ੍ਰੈਜੂਏਸ਼ਨ ਕਰਕੇ ਤੁਹਾਡੇ ਕੋਲ ਜੌਬ ਦੀਆਂ ਇੰਨੀਆਂ ਓਪਰਚੁਨਿਟੀ ਹੁੰਦੀਆਂ ਨੇ, ਕਿਉਂ ਨਹੀਂ ਕੁਝ ਕਰਦੇ ਹੁੰਦੇ ਤੁਸੀਂ? ਐਨੀਵੇਜ਼, ਗ੍ਰੈਜੂਏਸ਼ਨ ਕਦੋਂ ਕੀਤੀ ਹੈ ਤੁਸੀਂ? ਬੀਏ ਕਦੋਂ ਕੀਤੀ ਹੈ? ਮੈਮ ਬੀਕਾਮ ਕੀਤੀ ਸੀ 2018। ਓਕੇ, 2018 ਚ ਕਰਕੇ ਫਿਰ 2 ਇਅਰ ਤੁਸੀਂ ਬੀਐਡ ਕੀਤੀ ਹੈ ਨਾ? ਹਾਂਜੀ। ਓਕੇ ਜੀ, ਤੇ ਆਇਲਸ ਦਾ ਸਕੋਰ ਕੀ ਹੈ? ਮੈਮ 6.5 ਆਏ ਨੇ ਓਵਰਆਲ ਐਂਡ ਨਾਟ 6। ਠੀਕ ਹੈ, ਕਦੋਂ ਕੀਤੀ ਹੈ ਆਇਲਸ? ਤੁਸੀਂ ਟੀਵੀ ਤੋਂ ਥੋੜੀ ਦੂਰੀ ਬਣਾਓ ਪਲੀਜ਼। ਕਦੋਂ ਕੀਤੀ ਹੈ ਆਇਲਸ? ਮੈਮ ਹੁਣੀ ਕੀਤੀ। ਓਕੇ, ਕੀ ਸਵਾਲ ਹੈ ਹੁਣ ਤੁਹਾਡਾ ਅਮਨ? ਮੈਮ ਮੈਂ ਇਹ ਪੁੱਛਣਾ ਸੀਗਾ ਕਿ ਜਿਵੇਂ ਹੁਣ ਮੇਰਾ 2 ਸਾਲ ਦਾ ਗੈਪ ਹੈਗਾ ਆ 2020 ਤੋਂ ਲੈ ਕੇ 22 ਤੱਕ, ਤਾਂ ਫਿਰ ਮੈਂ ਪਾਸ ਕਰ ਸਕਦੀ ਹਾਂ? ਰਿਫਿਊਜ਼ਲ ਵਗੈਰਾ ਕੋਈ ਸੀਨ ਤੇ ਨਹੀਂ? ਅੱਛਾ ਜੀ, ਤੇ ਇਹ ਤੁਹਾਨੂੰ ਟਾਈਮ ਨਾਲ ਚੇਤੇ ਆ ਗਿਆ, ਹੱਲੇ ਸੌ ਜਾਣਾ ਸੀਗਾ, 1-2 ਇਨਟੇਕ ਹੋਰ ਪਾ ਲੈਣੇ ਸੀਗੇ। ਚਲੋ ਐਨੀਵੇਜ਼, ਟੀਵੀ ਸਕਰੀਨ ਤੇ ਸੁਣੋ ਤੁਸੀਂ ਆਪਣਾ ਆਨਸਰ। ਫਿਰ ਵੀ ਮੈਂ ਕਹਿੰਨੀ ਆ ਬਹੁਤ ਬਹੁਤ ਧੰਨਵਾਦ ਅਮਨ, ਤੁਸੀਂ ਹੱਲੇ ਵੀ ਜਾਗਰੂਕ ਹੋ ਗਏ ਹੋ ਵੀ ਕਿਤੇ ਰਿਫਿਊਜ਼ਲ ਨਾ ਆ ਜਾਏ ਗੈਪ ਦਾ ਕਰਕੇ। ਕੀ ਕਹੋਗੇ ਮੈਡਮ ਅਮਨ ਨੂੰ?
ਜੋ +2 ਵਾਲਾ ਸਟੂਡੈਂਟ ਹੈ ਆਬਵੀਅਸਲੀ ਉਹਦੇ ਲਈ ਗੈਪ ਦਾ ਬਹੁਤ ਚੱਕਰ ਪੈ ਜਾਂਦਾ ਹੈ, ਜਿੰਨਾ ਜ਼ਿਆਦਾ ਗੈਪ ਹੈ ਉਨਾ ਹੀ ਆਪਣਾ ਪ੍ਰੋਫਾਈਲ ਵੀਕ ਹੋ ਰਿਹਾ ਹੈ ਹਨਾ। 1 ਸਾਲ ਦਾ ਤੱਕ ਦਾ ਚਲੋ ਐਮਬੈਸੀ ਜਾਇਜ਼ ਹੈ ਕਿ ਮੰਨ ਲੈਂਦੀ ਹੈ ਕਿ ਕੋਈ ਗੱਲ ਨਹੀਂ ਹਨਾ, ਹੁਣ 2021 ਵਿੱਚ ਵੀ ਜੋ ਪਾਸ ਆਊਟ ਨੇ ਉਹਨਾਂ ਦਾ ਵੀ ਚੱਲ ਜਾਏਗਾ, ਬਟ ਜਿਹਨੇ ਗ੍ਰੈਜੂਏਟ ਕੀਤੀ ਹੋਈ ਹੈ ਉਹਦੇ ਵਿੱਚ ਆਪਾਂ ਨੇ ਪ੍ਰੋਫੈਸ਼ਨਲ ਗੈਪ ਆ ਜਾਂਦਾ ਆ, ਉਹ ਪ੍ਰੂਫ ਕਰਨਾ ਪੈਂਦਾ ਆ। ਅਗਰ ਆਪਾਂ ਨੈਕਸਟ ਹੁਣ ਬੀਐਡ ਕੀਤੀ ਹੈ ਤੁਸੀਂ ਹਨਾ, ਤੇ ਡੈਫੀਨਿਟਲੀ ਉੱਥੇ ਮਾਸਟਰ ਆਫ ਐਜੂਕੇਸ਼ਨ ਤੁਸੀਂ ਉੱਥੇ ਟਾਰਗੇਟ ਕਰ ਸਕਦੇ ਹੋ, ਬਟ ਉਹ ਵੀ ਦੇਖਣਗੇ ਵੀ ਭਾਈ ਇੱਥੇ ਕੁਝ ਕੀਤਾ ਹੋਇਆ ਕਿ ਨਹੀਂ ਕੀਤਾ ਹੋਇਆ, ਤੇ ਇੱਥੇ ਐਜ਼ ਅ ਟੀਚਰ ਤੁਸੀਂ ਕਿਤੇ 2-4 ਮਹੀਨੇ ਹੀ ਭਾਵੇਂ ਐਕਸਪੀਰੀਅੰਸ ਆਪਣਾ ਖੱਟ ਲਓ, ਕੁਝ ਦਿਖਾਣ ਜੋਗੇ ਆਪਾਂ ਐਮਬੈਸੀ ਨੂੰ ਹੋ ਜਾਾਂਗੇ ਹਨਾ, ਤੇ ਉਹ ਤੁਹਾਨੂੰ ਕਰਨਾ ਪੈਣਾ ਆ। ਬਿਲਕੁਲ ਟੋਟਲ ਤੁਸੀਂ 2 ਸਾਲ ਫ੍ਰੀ ਦਿਖਾਓਗੇ ਤੇ ਅਗਲਿਆਂ ਨੇ ਕਹਿਣਾ ਆ ਕਿ ਇੱਥੇ ਜੋ ਫ੍ਰੀ ਹੈਗਾ ਆ ਉਹ ਕੱਲ ਨੂੰ ਸਾਡੇ ਕੋਲ ਆ ਕੇ ਪੜ੍ਹਾਈ ਦੇ ਨਾਲ ਨਾਲ ਕਿੱਦਾਂ ਕੰਮ ਕਰੇਗਾ, ਤੇ ਇਸ ਲਈ ਪ੍ਰੋਫੈਸ਼ਨਲ ਗੈਪ ਜੋ ਹੈ ਉਹਨੂੰ ਵੀ ਕੰਪਲੀਟ ਥੋੜਾ ਜਿਹਾ ਰੱਖੋ, ਤੇ ਨਾਲ ਨਾਲ ਟੀਚਿੰਗ ਦੀ ਕੋਈ ਜੌਬ ਲੱਭ ਕੇ 2-4 ਮਹੀਨੇ ਕੰਮ ਕਰ ਲਓ ਜਦ ਤੱਕ ਆਪਾਂ ਨੈਕਸਟ ਇਨਟੇਕ ਟਾਰਗੇਟ ਕਰ ਰਹੇ ਹਾਂ। ਆਫਰ ਲਈ ਤੁਸੀਂ ਹੁਣੇ ਅਪਲਾਈ ਕਰੋ। ਬਿਲਕੁਲ, ਉਹਨਾਂ ਮੁਲਕਾਂ ਨੂੰ ਵੀ ਕਰੀਮ ਚਾਹੀਦੀ ਹੈ, ਉਹਨਾਂ ਨੇ ਵੀ ਭੀੜ ਇਕੱਠੀ ਨਹੀਂ ਕਰਨੀ, ਚਾਹੇ ਉਹਨਾਂ ਨੂੰ ਮੈਨ ਪਾਵਰ ਦੀ ਜ਼ਰੂਰਤ ਹੈ ਤਾਂ ਉਹ ਉਹਨਾਂ ਲੋਕਾਂ ਨੂੰ ਹੀ ਆਪਣੇ ਮੁਲਕ 'ਚ ਬਣਾਉਣ ਲਈ ਇੰਟਰਸਟਿਡ ਹੋਣਗੇ ਜਿਹੜੇ ਆਪਣੇ ਮੁਲਕ 'ਚ ਵੀ ਕੁਛ ਨਾ ਕੁਛ ਕੰਮ ਕਰ ਰਹੇ ਨੇ, ਕਾਮਯਾਬ ਨੇ ਹਨਾ। ਜੇ ਆਪਾਂ ਵਿਹਲੇ ਬਹਿ ਕੇ ਘਰੇ ਰੋਟੀਆਂ ਹੀ ਖਾਣੀਆਂ ਨੇ ਤੇ ਬਸ ਠੀਕ ਆ, ਫਿਰ ਤਾਂ ਵੀਜ਼ੇ ਇਦਾਂ ਕਦੇ ਹੀ ਲੱਗਣੇ ਹਨਾ। ਕੌੜੀ ਜ਼ਰੂਰ ਹੈ ਗੱਲ, ਬਟ ਰਿਐਲਿਟੀ ਹੈ, ਕੁਛ ਨਾ ਕੁਛ ਕਰਿਆ ਕਰੋ। +2 ਕੀਤੀ ਹੈ, ਨਾਲ ਦੀ ਨਾਲ ਅਪਲਾਈ ਕਰੋ ਜੇ ਬਾਹਰ ਜਦ ਆਪਾਂ ਨੂੰ ਪਤਾ ਹੈ ਕਿ ਸਾਡਾ ਹੈਗਾ ਇੰਟਰਸਟ ਜਾਣ ਦਾ ਬਾਹਰ ਹੈਗਾ। ਅੱਜ ਤੁਸੀਂ ਗ੍ਰੈਜੂਏਸ਼ਨ ਕਰਕੇ ਫਿਰ ਤੁਸੀਂ ਬੀਐਡ ਕਰਕੇ ਫਿਰ ਤੁਸੀਂ ਕਹਿ ਰਹੇ ਹੋ ਮੈਂ ਬਾਹਰ ਜਾਣਾ, ਫਿਰ ਵੀ ਤੁਸੀਂ 2 ਸਾਲ ਟਪਾ ਦਿੱਤੇ ਨੇ, ਤਾਂ ਇਹ ਤੋਂ ਵਧੀਆ ਕਿਤੇ ਜੌਬ ਨਾਲ ਕਰ ਲੈਂਦੇ। ਖੈਰ ਹੁੰਦੀਆਂ ਰਹਿੰਦੀਆਂ ਨੇ ਮਾੜੀਆਂ ਮੋਟੀਆਂ ਇੰਨੀਆਂ ਮਿਸਟੇਕਸ ਤਾਂ ਸਟੂਡੈਂਟਸ ਦੇ ਵੱਲੋਂ ਕਿੱਦਾਂ ਦੀਆਂ ਗਲਤੀਆਂ ਨੇ, ਕਿਉਂਕਿ ਕੰਸਲਟੈਂਟ ਦੀਆਂ ਗਲਤੀਆਂ ਨੂੰ ਅਸੀਂ ਟਾਰਗੇਟ ਹਮੇਸ਼ਾ ਕਰਦੇ ਹਾਂ। ਅੱਜ ਅਸੀਂ ਕੰਸਲਟੈਂਟ ਵੱਲ ਥੋੜਾ ਜਿਹਾ ਘੱਟ ਟਾਰਗੇਟ ਕਰਦੇ ਹੋਏ ਬੱਚਿਆਂ ਵੱਲੋਂ ਕੀਤੀਆਂ ਜਾਣ ਵਾਲੀਆਂ ਗਲਤੀਆਂ ਬਾਰੇ ਗੱਲ ਕਰਾਂਗੇ। ਜਾਣਨਾ ਚਾਹੂੰਗੀ ਕੋਰਸ ਨੂੰ ਲੈ ਕੇ ਗਲਤੀ, ਕਾਲਜ ਨੂੰ ਲੈ ਕੇ ਕਿੱਦਾਂ ਦੀਆਂ ਗਲਤੀਆਂ ਹੋ ਜਾਂਦੀਆਂ ਨੇ ਬੱਚਿਆਂ ਕੋਲੋਂ, ਜਾਂ ਫੰਡਸ ਨੂੰ ਲੈ ਕੇ ਕੈਸੀਆਂ ਗਲਤੀਆਂ ਹੋ ਜਾਂਦੀਆਂ ਨੇ, ਤਾਂ ਇਹਨਾਂ ਗਲਤੀਆਂ ਦਾ ਖਾਮਿਆਜ਼ਾ ਬੱਚੇ ਨੂੰ ਕਿੱਦਾਂ ਦਾ ਭੁਗਤਣਾ ਪੈਂਦਾ ਇਹ ਵੀ ਜ਼ਰੂਰ ਬੱਚਿਆਂ ਨੂੰ ਦੱਸਾਂਗੇ ਅਸੀਂ ਜੀ। ਤੇ ਉਹਦੇ ਅੰਦਰ ਪਹਿਲੀ ਚੀਜ਼ ਅਗੇਨ ਅਸੀਂ ਹਰ ਵਾਰ ਆਈ ਥਿੰਕ ਜਿਹੜੇ ਸਾਡੇ ਰਿਪੀਟਰ ਸ਼ੋਜ਼ ਦੇਖਦੇ ਆ ਉਹਨਾਂ ਨੂੰ ਅਸੀਂ ਹਮੇਸ਼ਾ ਗਾਈਡ ਕਰਦੇ ਆ ਕਿ ਪ੍ਰੋਪਰ ਤੁਸੀਂ ਪਹਿਲੀ ਚੀਜ਼ ਹੈ ਕਿ ਉਹ ਕੰਸਲਟੈਂਟ ਨੂੰ ਚੂਜ਼ ਕਰਨ ਲਈ ਗਲਤੀ ਕਰਦੇ ਆ, ਠੀਕ ਹੈ। ਉਹ ਕੰਸਲਟੈਂਟ ਕੋਲ ਜਾਂਦੇ ਆ ਬਿਕੋਜ਼ ਜਿਹਨੇ ਕੈਨੇਡਾ ਜਾਣਾ ਨਾ ਉਹਦੇ ਦਿਮਾਗ 'ਚ ਸਿਰਫ ਇੱਕ ਹੀ ਚੀਜ਼ ਹੈ, ਮੇਰੇ ਅਕੋਰਡਿੰਗ ਜਿੰਨਾ ਸਾਨੂੰ ਐਕਸਪੀਰੀਅੰਸ ਹੈ, ਕਿ ਉਹਨਾਂ ਨੂੰ ਹਾਂ ਚਾਹੀਦੀ ਹੁੰਦੀ ਹੈ, ਠੀਕ ਹੈ। ਉਹਨਾਂ ਨੂੰ ਲੱਗਦਾ ਕਿ ਬਸ ਅਸੀਂ ਜਾਣਾ ਹੈ, ਸੈਪਟੈਂਬਰ ਇਨਟੇਕ ਹਾਂ, 5.5 ਹਾਂ, ਠੀਕ ਹੈ, ਪਰਸੈਂਟੇਜ ਘੱਟ ਹਾਂ, ਠੀਕ ਹੈ। ਉਹ ਇਹ ਨਹੀਂ ਦੇਖਦੇ ਕਿ ਸਾਡੀ ਪ੍ਰੋਫਾਈਲ ਕਿੱਦਾਂ ਦੀ ਹੈ, ਸਾਨੂੰ ਕਿਸ ਚੀਜ਼ ਤੇ ਮੇਨ ਫੋਕਸ ਕਰਨਾ ਚਾਹੀਦਾ, ਠੀਕ ਹੈ। ਪੈਕੇਜ ਸਿਸਟਮ ਦੇ ਅੰਦਰ ਇਹੀ ਆਂਦਾ ਹੈ ਕਿ ਫ੍ਰੀ, ਬਟ ਉਹਨਾਂ ਨੂੰ ਅਗੇਨ ਇਹ ਨਹੀਂ ਪਤਾ। ਅਸੀਂ ਬਹੁਤ ਸਟ੍ਰੈਸ ਦੇ ਕੇ ਇਸ ਚੀਜ਼ ਨੂੰ ਮੈਂ ਹਮੇਸ਼ਾ ਗਾਈਡ ਕਰਦੀ ਹਾਂ ਬੱਚਿਆਂ ਨੂੰ ਕਿ ਤੁਸੀਂ ਪਲੀਜ਼ ਇਸ ਚੀਜ਼ ਤੇ ਫੋਕਸ ਨਾ ਕਰੋ, ਸਪੈਸ਼ਲੀ ਪੇਰੈਂਟਸ, ਕਿ ਅਸੀਂ ਕੋਈ ਪੈਸਾ ਨਹੀਂ ਦਿੱਤਾ, ਸਾਨੂੰ ਕੋਈ ਨੁਕਸਾਨ ਨਹੀਂ ਹੋਣਾ, ਬਟ ਅਗਰ ਤੁਹਾਡਾ ਕੋਰਸ ਗਲਤ ਹੋਇਆ, ਰੈਂਕਿੰਗ ਅੱਛੀ ਨਹੀਂ ਹੋਈ, ਗਵਰਨਮੈਂਟ ਯੂਨੀਵਰਸਿਟੀ ਨਹੀਂ ਟਾਰਗੇਟ ਕੀਤੀ ਜਾਂ ਗਵਰਨਮੈਂਟ ਕਾਲਜ ਟਾਰਗੇਟ ਨਹੀਂ ਕੀਤਾ, ਜਾਂ ਤੁਹਾਡੀ ਪ੍ਰੋਫਾਈਲ ਅੱਛੀ ਨਹੀਂ ਹੈ, ਜਿਵੇਂ ਮੈਮ ਅਮਨ ਮੈਮ ਕਹਿੰਦੇ ਨੇ ਮੈਂ ਫ੍ਰੀ ਹਾਂ, ਤਾਂ ਉਹ ਫ੍ਰੀ ਦਿਖਾ ਕੇ ਤੁਸੀਂ ਆਪਣੀ ਪ੍ਰੋਫਾਈਲ ਨੂੰ ਵੀਕ ਕਰਦੇ ਪਏ ਹੋ, ਤਾਂ ਉਸ ਚੀਜ਼ ਤੇ ਇਹ ਫੋਕਸ ਨਹੀਂ ਕਰਦੇ। ਉਹਨਾਂ ਨੂੰ ਲੱਗਦਾ ਬਸ ਹਾਂ ਦੇ ਦਿਓ, ਹਾਂ ਨਾ ਤੁਹਾਨੂੰ ਆਫਰ ਲੈਟਰ ਮਿਲ ਜਾਊਗੀ, ਬਟ ਤੁਸੀਂ ਆਫਰ ਲੈਟਰ ਤੇ ਬੈਠ ਕੇ ਨਹੀਂ ਜਾਣਾ ਕੈਨੇਡਾ, ਤੁਸੀਂ ਉੱਥੇ ਲਈ ਤੁਹਾਨੂੰ ਵੀਜ਼ਾ ਆਫੀਸਰ ਦਾ ਵੀਜ਼ਾ ਗ੍ਰਾਂਟ ਹੋਇਆ ਚਾਹੀਦਾ ਹੈ, ਤਾਂ ਹੀ ਜਹਾਜ਼ ਦੀ ਬਾਰੀ ਨੂੰ ਹੱਥ ਪੈਣਾ ਹੈ। ਕਾਲੀ ਬੁਲਾਵਾ ਨਾਲ ਤਾਂ ਤੁਹਾਨੂੰ ਉਹਨਾਂ ਨੇ ਪੀਆਰ ਵੀ ਕਰਾ ਦੇਣਾ, ਉਹਦੀ ਤੇ ਗੱਲ ਹੀ ਛੱਡ ਦਿਓ ਤੁਸੀਂ। ਐਨੀਵੇਜ਼ ਨੈਕਸਟ ਕਾਲਰ ਦਾ ਸਵਾਲ ਲੈ ਲਈਏ, ਫਿਰ ਚਰਚਾ ਜਾਰੀ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ, ਆਵਾਜ਼ ਆ ਰਹੀ ਹੈ? ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ, ਕੀ ਨਾਮ ਹੈ? ਮੇਰਾ ਨਾਮ ਪਰਵਿੰਦਰ ਹੈ ਐਂਡ ਮੈਂ ਪਟਿਆਲੇ ਤੋਂ ਬਿਲੋਂਗ ਕਰਦੀ ਹਾਂ। ਪਟਿਆਲਾ ਤੋਂ, ਕੀ ਨਾਮ ਦੱਸਿਆ ਜੀ? ਪਰਮਿੰਦਰ, ਓਕੇ। ਕੀ ਸਵਾਲ ਹੈ ਮੈਡਮ? ਮੈਂ ਕੈਨੇਡਾ ਜਾਣਾ ਚਾਹੁੰਦੀ ਹਾਂ ਤੇ ਮੈਂ ਆਪਣੀ ਪ੍ਰੋਫਾਈਲ ਬਾਰੇ ਪੁੱਛਣਾ ਸੀ। ਬਿਲਕੁਲ ਜੀ, ਪੁੱਛੋ, ਦੱਸੋ ਕੀ ਪ੍ਰੋਫਾਈਲ ਹੈ ਤੁਹਾਡੀ? ਮੈਮ ਲਾਸਟ ਈਅਰ ਮੈਂ ਆਰਟਸ ਸੀ 60% ਨਾਲ, ਠੀਕ ਹੈ। ਪਰ ਮੈਂ ਆਇਲਸ ਕੀਤੀ ਹੈ, ਬਟ ਮੇਰੇ ਆਇਲਸ ਕੀਤੀ ਸੀ 60% ਨਾਲ? ਆਰਟਸ ਕੀਤੀ ਹੈ 60% ਆਰਟਸ ਕੀਤੀ ਹੈ, ਓਕੇ, ਠੀਕ ਹੈ। ਆਰਟਸ ਵੀ ਕੀਤੀ ਹੈ, ਵਿੱਚ ਮੇਰੇ 5.5 ਹੈ, ਇੱਕ ਚ 5.5, ਓਵਰਆਲ 6 ਸਕੋਰ ਹੈ, ਠੀਕ ਹੈ। 60 ਨੰਬਰ ਕਿੰਨੇ? 60% ਨੇ? ਹਾਂਜੀ ਮੈਮ। ਓਕੇ ਜੀ, ਕੀ ਸਵਾਲ ਹੈ ਹੁਣ ਤੁਹਾਡਾ? ਕਿ ਮੈਮ ਪੋਸੀਬਲ ਹੈ 5.5 ਨਾਲ ਮੇਰੀ ਫਾਈਲ ਲੱਗ ਸਕਦੀ ਹੈ ਪਲੀਜ਼? ਇੱਕ ਮੋਡਿਊਲ 5.5 ਨਾਲ ਫਾਈਲ ਲੱਗ ਸਕਦੀ ਹੈ ਜਾਂ ਨਹੀਂ? ਫਾਈਲ ਲਾਉਣੀ ਹੈ ਕਿ ਵੀਜ਼ਾ ਲੈਣਾ ਹੈ, ਪਹਿਲਾਂ ਤਾਂ ਇਹ ਦੱਸੋ। ਮੈਮ ਵੀਜ਼ਾ ਲੈਣਾ ਹੈ। ਬਸ ਠੀਕ ਹੈ, ਫਿਰ ਟੀਵੀ ਸਕਰੀਨ ਤੇ ਆਨਸਰ ਸੁਣੋ, ਤੁਸੀਂ ਆਪਣਾ ਸਹੀ ਜਗ੍ਹਾ ਤੇ ਕਾਲ ਕੀਤੀ ਹੈ ਤੁਸੀਂ। ਹਾਂਜੀ, ਵੀਜ਼ਾ ਲੈਣਾ ਬੱਚੇ ਨੇ, ਕੀ ਕਹੋਗੇ? ਵੀਜ਼ਾ ਲੈਣਾ ਤਾਂ ਮਿਹਨਤ ਕਰਨੀ ਪਊਗੀ। ਆਪਾਂ ਜੇ ਸੋਚੀਏ ਕਿ ਇੱਕ ਚ 5.5 ਹੈਗਾ ਆ ਤੇ ਆਰਟਸ ਕੀਤੀ ਹੈ, ਚਲੋ ਪਰਸੈਂਟੇਜ ਕੋਰ ਸਬਜੈਕਟਸ ਵਿੱਚ ਕਿੰਨੇ ਤੁਹਾਡੇ ਮਾਰਕਸ ਨੇ ਉਹ ਵੀ ਡਿਪੈਂਡ ਕਰਦਾ ਹੈ, ਉਹ ਵੀ ਆਪਾਂ ਨੇ ਦੇਖਣੇ ਪੈਣੇ ਨੇ। ਤੇ ਰੀਜਨਲ ਏਰੀਆ ਟਾਰਗੇਟ ਕਰੋਗੇ ਤਾਂ ਬੈਸਟ ਰਹੂਗਾ, ਬਟ 5.5 ਵਿੱਚ ਅੱਜ ਦੀ ਡੇਟ ਵਿੱਚ ਜਿੰਨਾ ਕੈਨੇਡਾ ਵਿੱਚ ਕੰਪੀਟੀਸ਼ਨ ਚੱਲਦਾ ਪਿਆ ਆ, ਤੇ ਜੇ ਉਹੀ ਮੈਮ ਨੇ ਜਿਹੜੀ ਗੱਲ ਕਹੀ ਹੈ ਉਹੀ ਗੱਲ ਆ ਗਈ, ਜੇ ਕੰਸਲਟੈਂਟ ਦੀ ਹਾਂ ਸੁਣਨੀ ਆ ਤੁਹਾਨੂੰ ਕਹੂਗਾ ਵੀ ਹਾਂਜੀ ਲਗਾ ਦਿਓ ਵੀਜ਼ਾ, ਪਰ
ਅਗੇਨ ਆਪਾਂ ਨੇ ਜੇ ਵੀਜ਼ਾ ਲੈਣਾ ਆ ਤਾਂ ਦੁਬਾਰਾ ਆਇਲਸ ਰਿਪੀਟ ਕਰਨੀ ਪਊਗੀ, ਦੁਬਾਰਾ ਵਧੀਆ ਜਿਹੜੇ ਹੁਣ ਕਿ ਜਿਹੜੀ ਪਰਸੈਂਟੇਜ ਆ ਗਈ ਉਹ ਸਾਡੇ ਹੱਥ ਵਿੱਚ ਨਹੀਂ ਹੈਗਾ, ਬਟ ਬੈਂਡ ਲੈਣੇ ਸਾਡੇ ਹੱਥ ਵਿੱਚ ਹੈਗੇ ਨੇ, ਤਾਂ ਥੋੜੀ ਜਿਹੀ ਮਿਹਨਤ ਕਰਕੇ ਦੁਬਾਰਾ ਬੈਂਡ ਚੱਜ ਦੇ ਲਓ। ਇਸ ਬੈਂਡ ਸਕੋਰ ਤੇ ਆਫਰ ਲੈਟਰ ਅਪਲਾਈ ਹੋ ਜੂਗਾ, ਆਫਰ ਅਪਲਾਈ ਕਰ ਲਓ। ਅੱਛੀ ਜਿਹੜੀ ਕੈਨੇਡਾ ਦੀਆਂ ਯੂਨੀਵਰਸਿਟੀਜ਼ ਨੇ, ਕਾਲਜਸ ਨੇ, ਸੈਪਟੈਂਬਰ ਇਨਟੇਕ ਲਈ ਜਾਣ ਕੇ ਅਪਲਾਈ ਕਰ ਲਓ, ਪਰ ਫਾਈਲ ਲਾਣ ਲੱਗੇ ਥੋੜਾ ਬੈਂਡ ਸਕੋਰ ਇੰਪਰੂਵਡ ਚਾਹੀਦਾ ਆ। 6 ਈਚ ਐਟਲੀਸਟ ਹੋਣੇ ਚਾਹੀਦੇ ਨੇ ਤੁਹਾਡੇ। ਠੀਕ ਹੈ, ਸੀਟ ਰਿਜ਼ਰਵ ਕਰਾ ਲਓ ਤੁਸੀਂ ਆਪਣੀ, ਔਰ ਫਿਰ ਆਪਣਾ ਆਇਲਸ ਦਾ ਸਕੋਰ ਜਿਹੜਾ ਆ ਉਹਨੂੰ ਇੰਪਰੂਵ ਕਰ ਲਓ, ਹਨਾ। ਸੋ ਸਪੇਅਰ ਹੈਡ ਇੰਟਰਨੈਸ਼ਨਲ ਹੈਲਪ ਕਰ ਦੇਗਾ ਸਕੋਰ ਇੰਪਰੂਵ ਕਰਨ ਦੇ ਵਿੱਚ। ਅਸੀਂ ਬੈਠੇ ਆ ਇਸ ਲਈ ਜੀ ਠੀਕ ਹੈ, ਤੁਸੀਂ ਸਾਨੂੰ ਵਿਜ਼ਿਟ ਕਰੋ ਆ ਕੇ। ਪਹਿਲਾਂ ਅਸੀਂ ਮੌਕ ਟੈਸਟ ਲੈਣੇ, ਜਿਹੜੇ ਬੱਚੇ ਰਿਪੀਟਰ ਨੇ, ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਅਚੀਵ ਨਹੀਂ ਕਰ ਪਾ ਰਹੇ ਕਿਸੇ ਵੀ ਮੋਡਿਊਲ ਦੇ ਅੰਦਰ, ਮੌਕ ਟੈਸਟ ਨਾਲ ਅਸੀਂ ਅਸੈਸ ਕਰਦੇ ਹਾਂ। ਅਸੈਸ ਕਰਨ ਤੋਂ ਬਾਅਦ ਅਸੀਂ ਐਨਾਲਾਈਜ਼ ਕਰਦੇ ਹਾਂ ਕਿ ਇਸ ਬੱਚੇ ਨੂੰ ਕਿੰਨਾ ਟਾਈਮ ਲੱਗਣਾ। ਅਸੀਂ ਇਹ ਨਹੀਂ ਕਹਿੰਦੇ 2 ਮਹੀਨੇ ਲਾਣੇ ਪੈਣੇ ਆ, 3 ਮਹੀਨੇ ਲਾਣੇ ਪੈਣੇ ਆ, ਤੁਸੀਂ ਸਾਡੇ ਕੋਲੋਂ ਸਿੱਖਣਾ ਸ਼ੁਰੂ ਕਰ ਰਹੇ ਹੋ, ਨਹੀਂ। ਅਸੀਂ ਉਹਨੂੰ ਅਸੈਸ ਕਰਕੇ ਜਿਹੜਾ ਉਹਦਾ ਵੀਕਰ ਏਰੀਆ ਉਸ ਤੋਂ ਪਹਿਲਾਂ ਅਸੀਂ ਸਟਾਰਟ ਕਰਦੇ ਹਾਂ, ਤਾਂ ਕਿ ਉਸ ਬੱਚੇ ਨੂੰ ਐਕੂਰੇਸੀ ਮਿਲੇ, ਉਹਦਾ ਇਨਟੇਕ ਵੀ ਨਾ ਜਾਵੇ, ਉਹਦਾ ਟਾਈਮ ਵੇਸਟ ਨਾ ਹੋਵੇ। ਠੀਕ ਹੈ, ਸਾਡਾ ਫੋਕਸ ਇਨਰੋਲਮੈਂਟ ਤੇ ਨਹੀਂ ਰਹਿੰਦਾ, ਸਾਡਾ ਹੁੰਦਾ ਕਿ ਬੱਚਾ ਟਾਈਮ ਸਿਰ ਆਪਣੀ ਐਜੂਕੇਸ਼ਨ ਲਵੇ। ਅਗੇਨ ਸੇਲ ਔਰ ਕੰਸਲਟੈਂਟ ਚ ਅੰਤਰ ਹੁੰਦਾ ਹੈ, ਕੰਸਲਟੈਂਟੀ ਚ ਅੰਤਰ ਹੁੰਦਾ ਹੈ। ਠੀਕ ਹੈ, ਤਾਂ ਉਸ ਚੀਜ਼ ਤੇ ਵਿਲ ਫੋਕਸ। ਬਿਲਕੁਲ ਜੀ। ਸੋ ਫੋਕਸ ਕਰਿਆ ਕਰੋ, ਆਪਣੇ ਸਵਾਲਾਂ ਦੇ ਜਵਾਬ ਤੁਸੀਂ ਸਾਡੇ ਤੋਂ ਲੈ ਸਕਦੇ ਹੋ। ਕੋਰਸ ਦੀ ਗੱਲ ਵੀ ਅਸੀਂ ਕਰ ਲਈ, ਰੀਜਨਲ ਏਰੀਆ ਦੀ ਗੱਲ ਕਰ ਲਈ, ਅਸੀਂ ਕਾਲਜ ਦੀ ਵੀ ਗੱਲ ਕਰ ਲਈ। ਫਾਈਨਲੀ ਗਲਤੀ ਕੀ ਕਰਦਾ ਸਟੂਡੈਂਟ ਜਦੋਂ ਉਹਨੇ ਵੀਜ਼ਾ ਗ੍ਰਾਂਟ ਕਰਵਾਉਣਾ ਹੁੰਦਾ ਹੈ? ਇਜਾਜ਼ਤ ਲੈਣ ਦਾ ਸਾਡੇ ਕੋਲ ਵੇਲਾ ਹੋ ਗਿਆ, ਔਰ ਸਕਾਲਰਸ਼ਿਪ ਆਪਸ਼ਨਸ ਬਾਰੇ ਵੀ ਜ਼ਰੂਰ ਜਾਣਕਾਰੀ ਚਾਹੂੰਗੀ ਤੁਹਾਡੇ ਤੋਂ ਜੀ। ਸਕਾਲਰਸ਼ਿਪ ਦੇ ਦੇਖੋ, ਜੋ 12th ਦਾ ਸਟੂਡੈਂਟ ਹੈ, ਕੁਝ ਡਿਪਲੋਮਾ ਵਿੱਚ ਤੁਹਾਨੂੰ ਆਪਸ਼ਨਸ ਮਿਲ ਜਾਂਦੇ ਨੇ ਸਕਾਲਰਸ਼ਿਪ ਦੇ। ਅਗਰ ਅੱਛਾ ਪ੍ਰੋਫਾਈਲ ਹੈ, 80% ਤੁਹਾਡੇ ਹੈਗੇ ਨੇ ਮਾਰਕਸ, ਤੇ ਆਇਲਸ ਵਿੱਚ ਵੀ ਓਵਰਆਲ 7 ਜਾਂ 6.5 ਓਵਰਆਲ ਤੁਸੀਂ ਟਾਰਗੇਟ ਕਰ ਰਹੇ ਹੋ, ਤਾਂ ਸਕਾਲਰਸ਼ਿਪ ਦੇ ਆਪਸ਼ਨਸ ਤੁਹਾਨੂੰ ਡਿਗਰੀ ਡਿਪਲੋਮਾ ਵਿੱਚ ਮਿਲ ਜਾਂਦੇ ਨੇ, ਬਟ ਬਹੁਤ ਲਿਮਿਟਡ ਹੀ ਆਪਸ਼ਨਸ ਨੇ। ਇਸ ਲਈ ਜਿੰਨੀ ਜਲਦੀ ਅਪਲਾਈ ਕਰੋਗੇ ਉਨੀ ਹੀ ਜਲਦੀ ਆਫਰ ਲੈਟਰ ਲਈ ਅਪਲਾਈ ਕਰੋਗੇ ਤਾਂ ਸਕਾਲਰਸ਼ਿਪ ਲਈ ਵੀ ਅਪਲਾਈ ਕਰ ਸਕੋਗੇ। ਠੀਕ ਹੈ, ਤੇ ਉਹ ਚੀਜ਼ ਤੁਸੀਂ ਕਰੋਗੇ ਤਾਂ ਡੈਫੀਨਿਟਲੀ ਸਕਾਲਰਸ਼ਿਪ ਵੀ ਮਿਲੂਗੀ। ਅੱਛਾ, ਬੱਚਿਆਂ ਵੱਲੋਂ ਗਲਤੀ ਕੀ ਹੋ ਜਾਂਦੀ ਹੈ ਲਾਸਟ ਤੇ ਫਾਈਨਲ ਤੇ? ਕੀ ਗਲਤੀ ਹੈਗੀ ਹੈ ਫਾਈਲਿੰਗ ਦੇ ਟਾਈਮ ਤੇ? ਫਾਈਲਿੰਗ ਤੇ ਟਾਈਮ ਹਾਂਜੀ, ਡੈਫੀਨਿਟਲੀ ਜੋ ਵੀਜ਼ਾ ਫਾਈਲਿੰਗ ਦੇ ਟਾਈਮ ਤੇ ਜਿਹੜਾ ਬੱਚੇ ਨੂੰ ਹੁੰਦਾ ਹੈ ਕਿ ਮੈਂ ਜ਼ਿਆਦਾ ਪੇਨ ਨਹੀਂ ਲੈਣਾ ਹੈਗਾ ਆ, ਜੋ ਕੰਸਲਟੈਂਟ 2-4 ਡਾਕੂਮੈਂਟ ਦੱਸਦਾ ਪਿਆ ਆ, ਉਹ ਆਪਾਂ ਲੌਜ ਕਰਨ ਵਿੱਚ ਅਗਰ ਲੱਗੇ ਰਹਿੰਦੇ ਆ, ਠੀਕ ਹੈ, ਤਾਂ ਤੁਸੀਂ ਹੈਲਪ ਕਰ ਦੋਗੇ ਸਟੂਡੈਂਟ ਦੀ? ਹਾਂਜੀ। ਵੀਜ਼ਾ ਫਾਈਲਿੰਗ ਦੇ ਟਾਈਮ ਤੇ ਆਪਾਂ ਨੇ ਮੈਕਸਿਮਮ ਡਾਕੂਮੈਂਟੇਸ਼ਨ ਨੂੰ ਟਾਰਗੇਟ ਕਰਨਾ ਹੁੰਦਾ ਹੈ, ਫਾਈਨੈਂਸ਼ੀਅਲ ਰਿਕਾਰਡ ਸਟਰੋਂਗ ਰੱਖਣੇ ਹੁੰਦੇ ਨੇ। ਡਿਟੇਲ ਵਿੱਚ ਤੁਸੀਂ ਜੇ ਜਾਣਨਾ ਆ ਤਾਂ ਕਾਲ ਕਰੋ, ਵਿਜ਼ਿਟ ਕਰੋ, ਹੈ ਨਾ। ਠੀਕ ਹੈ, ਥੈਂਕ ਯੂ ਮੈਮ ਇਨਫੋਰਮੇਸ਼ਨ ਸਾਂਝੀ ਕਰਨ ਲਈ ਜੀ, ਬਹੁਤ ਬਹੁਤ ਧੰਨਵਾਦ। ਸੋ ਇਹ ਨੰਬਰ ਤੁਹਾਡੇ ਨਾਲ ਅਸੀਂ ਸਾਂਝੇ ਕਰ ਰਹੇ ਹਾਂ, ਫੇਸਬੁੱਕ ਤੇ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੈਗੇ ਹੋ ਇਹਨਾਂ ਨੰਬਰਸ ਦੇ ਉੱਪਰ ਕਾਲ ਕਰਕੇ। ਸਪੇਅਰ ਹੈਡ ਇੰਟਰਨੈਸ਼ਨਲ 3B2 ਮੋਹਾਲੀ ਦੇ ਵਿੱਚ ਆਫਿਸ ਹੈਗਾ, ਤੁਹਾਡੇ ਸਾਰੇ ਸਵਾਲਾਂ ਦੇ ਤੁਹਾਨੂੰ ਜਵਾਬ ਉੱਥੇ ਆਮਨੇ ਸਾਹਮਣੇ ਬੈਠ ਕੇ ਦਿੱਤੇ ਜਾਣਗੇ। ਸੋ ਫਿਰ ਤੋਂ ਮਿਲਦੇ ਹਾਂ ਜੀ, ਰੱਖੋ ਧਿਆਨ, ਧੰਨਵਾਦ, ਸਤਿ ਸ਼੍ਰੀ ਅਕਾਲ।